ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਧੰਨਵਾਦ। ਤੁਹਾਡੇ ਸਲੇਡ ਨਾਲ ਮੈਂ ਵੀ ਇੱਕ ਕਦਮ ਛੋਟੇ ਪੁੱਟ ਕੇ ਅੱਗੇ ਵਧ ਰਹੀ ਹਾਂ ਤੇ ਬਹੁਤ ਵਧੀਆ ਸਮੇਂ ਬੀਤ ਰਿਹਾ ਹੈ। ਪਹਿਲੇ ਤੇ ਥੋੜੇ ਦਿਨ ਲੱਗਾ ਕਿ ਕਿਸ ਤਰ੍ਹਾਂ ਚੱਲੇਗੀ, ਕਿਉਂਕਿ ਮੇਰੀ ਆਦਤ ਹੀ ਨਹੀਂ ਟਿਕ ਕੇ ਬੈਠਣ ਦੀ। ਉੱਡਦੀ ਰਹੀ ਇੱਕ ਅਟੈਚੀ ਲਈ ਰੱਖੀ, ਦੂਜੀ ਲੈ ਕੇ ਚਲੇ ਗਏ। ਤੇ ਬਹੁਤ ਮਜ਼ਾ ਆ ਰਿਹਾ ਕਿ ਆਪਣੇ ਲਈ ਟਾਈਮ ਮਿਲ ਰਿਹਾ ਹੈ, ਆਪਣੀ ਗਰੋਥ ਕਰਨ ਲਈ। ਪਹਿਲੇ ਵੀ ਮਿਲਦਾ ਸੀ, ਐਸੀ ਗੱਲ ਨਹੀਂ। ਪਹਿਲੇ ਅਲੱਗ ਤਰੀਕੇ ਨਾਲ ਚੀਜ਼ਾਂ ਚੱਲ ਰਹੀਆਂ ਸੀ, ਹੁਣ ਅੱਜ ਕੱਲ ਅਲੱਗ ਤਰੀਕੇ ਨਾਲ ਚੱਲ ਰਹੀਆਂ ਨੇ। ਟਿਕ ਕੇ ਬੈਠਣਾ ਹੈ ਮੈਨੂੰ, ਜੋ ਮੈਨੂੰ ਬਿਲਕੁਲ ਨਹੀਂ ਸੀ ਆਉਂਦਾ। ਤੇ ਮਾਰ ਖਾ ਕੇ ਸਿੱਖ ਲਿਆ ਮੈਂ ਉਹ ਵੀ। ਪਰ ਮਤਲਬ ਅਗਰ ਮੈਂ ਦੇਖਾਂ ਤੇ ਬਹੁਤ ਹੀ ਅੱਛਾ ਟਾਈਮ ਬੀਤ ਰਿਹਾ। ਔਰ ਇਹ ਜਿਹੜਾ ਅਸੀਂ ਗੁਰਪੁਰਬ ਸੈਲੀਬ੍ਰੇਸ਼ਨ ਕਰ ਰਹੇ ਹਾਂ, ਘਰ ਬੈਠੇ ਬੈਠੇ, ਕਿਧਰੇ ਜਾਣਾ ਨਹੀਂ, ਕਿਧਰੇ ਆਣਾ ਨਹੀਂ, ਘਰ ਬੈਠੇ ਬੈਠੇ ਅਸੀਂ ਗੁਰਪੁਰਬ ਸੈਲੀਬ੍ਰੇਸ਼ਨ ਕਰ ਰਹੇ ਹਾਂ। ਦੇਖੋ ਕਿੰਨਾ ਟੈਕਨੋਲੋਜੀ ਦਾ ਸਾਨੂੰ ਫਾਇਦਾ। ਤੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀ ਸਭ ਤੋਂ ਪਹਿਲੇ ਬਹੁਤ ਵਧਾਈ ਹੋਵੇ, ਕਿਉਂਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਉਂ ਮਨਾਉਂਦੇ ਹਾਂ ਕੋਈ ਵੀ ਤਿਉਹਾਰ। ਗੁਰਪੁਰਬ, ਦੀਵਾਲੀ ਕਿਉਂ ਮਨਾਉਂਦੇ ਹਾਂ? ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਛੁਡਵਾ ਕੇ ਇਸ ਦਿਨ ਬਾਹਰ ਆਏ ਸੀ। ਤੇ ਤਾਂ ਹੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਕਿ ਉਹਨਾਂ ਨੇ ਉਹ ਬੰਦੀ ਰਾਜੇ ਜਿਹੜੇ ਸੀ ਉਹਨਾਂ ਨੂੰ ਛੁਡਵਾਇਆ, ਤੇ ਇਸ ਲਈ ਬੰਦੀ ਛੋੜ ਦਿਵਸ ਮਨਾਉਂਦੇ ਆ। ਤੇ ਇਹ ਕਈ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਹਿੰਦੂ ਧਰਮ ਵਿੱਚ ਮਨਾਇਆ ਜਾਂਦਾ ਹੈ ਕਿ ਰਾਮਚੰਦਰ ਜੀ 14 ਸਾਲ ਦੇ ਵਨਵਾਸ ਦੇ ਬਾਅਦ ਅਯੋਧਿਆ ਵਾਪਸ ਆਏ, ਤੇ ਇਸ ਕਰਕੇ ਆਪਣੇ ਹਿੰਦੂ ਭੈਣ ਭਰਾ ਮਨਾਉਂਦੇ ਨੇ ਦੀਵਾਲੀ। ਦੀਵਾਲੀ ਮਤਲਬ ਦੀਪਮਾਲਾ ਕੀਤੀ, ਸਵਾਗਤ ਕੀਤਾ ਉਹਨਾਂ ਦਾ। ਤੇ ਇੱਕ ਚੀਜ਼ ਮੈਨੂੰ ਹੋਰ ਪਤਾ ਚੱਲੀ ਆਰਟੀਕਲ ਲਿਖਦੇ ਕਿ ਇਸ ਦਿਨ ਮਹਾਵੀਰ, ਭਗਵਾਨ ਮਹਾਵੀਰ ਨੂੰ ਮਹਾਪਰਿਨਿਰਵਾਣ ਪ੍ਰਾਪਤ ਹੋਇਆ। ਤੇ ਜੈਨੀ ਜਿਹੜੇ ਨੇ, ਜੈਨ ਧਰਮ ਨਾਲ ਸੰਬੰਧਿਤ ਨੇ, ਉਹ ਵੀ ਇਸ ਲਈ ਦੀਵਾਲੀ ਮਨਾਉਂਦੇ ਨੇ ਕਿ ਦੀਵਾਲੀ ਵਾਲੇ ਦਿਨ ਭਗਵਾਨ ਮਹਾਵੀਰ ਨੂੰ ਮਹਾਪਰਿਨਿਰਵਾਣ ਉਹਨਾਂ ਨੇ ਪ੍ਰਾਪਤ ਕੀਤਾ, ਇਹ ਸ਼ਰੀਰ ਛੋੜਿਆ, ਤੇ ਉਹ ਵੀ ਦੀਵਾਲੀ ਮਨਾਉਂਦੇ ਨੇ। ਤੇ ਥੋੜਾ ਜਿਹਾ ਸਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ, ਆਪਣੇ ਇਤਿਹਾਸ ਬਾਰੇ, ਔਰ ਉਹਨਾਂ ਦਿਨਾਂ ਦਾ ਮਹੱਤਵ ਕੀ ਹੈ ਉਹ ਵੀ ਪਤਾ ਹੋਣਾ ਚਾਹੀਦਾ। ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਵਧਾਈ ਬੰਦੀ ਛੋੜ ਦਿਵਸ ਦੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ। ਦੇਖੋ ਗੁਰੂ ਵੀ ਕਹਿੰਦੇ ਨੇ ਕਿਸੇ ਨੂੰ ਚਿੱਕੜ ਚੋਂ ਕੱਢਣਾ ਹੋਵੇ ਨਾ, ਤੇ ਉਹਨੂੰ ਹੱਥ ਦੇਣਾ ਹੋਵੇ, ਤੇ ਕਈ ਵਾਰੀ ਚਿੱਕੜ ਵਿੱਚ ਜਾਣਾ ਪੈ ਜਾਂਦਾ ਹੈ। ਅਸੀਂ ਸੋਚ ਵੀ ਨਹੀਂ ਸਕਦੇ ਕਿ ਗੁਰੂ ਨਾਨਕ ਪਾਤਸ਼ਾਹ ਵੀ ਗਏ ਬਾਬਰ ਦੀ ਜੇਲ੍ਹ ਵਿੱਚ, ਤੇ ਉਹਨਾਂ ਨੇ ਜਾ ਕੇ ਉਹਨੂੰ ਕਿਹਾ, ਬਾਬਰ ਤੂੰ ਜਾਬਰ ਹੈ, ਤੇ ਉਹਨੂੰ ਸਿੱਧੇ ਰਾਹ ਦਿਖਾਇਆ। ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਵੀ ਗਵਾਲੀਅਰ ਦੀ ਜੇਲ੍ਹ ਚ ਗਏ। ਐਸਾ ਇਤਿਹਾਸ ਵਿੱਚ ਲਿਖਿਆ ਕਿ ਤਕਰੀਬਨ 3.5 ਸਾਲ ਰਹੇ ਉੱਥੇ ਜੇਲ੍ਹ ਵਿੱਚ। ਔਰ ਗੁਰੂ ਕੀ ਵਡਾਲੀ ਉਹਨਾਂ ਦਾ ਪ੍ਰਕਾਸ਼ ਸਥਾਨ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਪਿਤਾ ਨੇ, ਮਾਤਾ ਗੰਗਾ ਜੀ ਉਹਨਾਂ ਦੀ ਮਾਤਾ ਨੇ, ਔਰ ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਔਰ ਮਾਤਾ ਮਹਾਦੇਵੀ ਜੀ ਉਹਨਾਂ ਦੇ ਮਹਿਲ ਨੇ। ਉਹਨਾਂ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ, ਤੇ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਫਿਰ 9ਵੇਂ ਗੁਰੂ ਨਾਨਕ ਦੇ ਰੂਪ ਵਿੱਚ ਗੱਦੀ ਮਿਲੀ। ਔਰ ਉਹਨਾਂ ਦੀ ਪੁੱਤਰੀ ਸੀ ਬੀਬੀ ਵੀਰੋ ਜੀ, ਔਰ ਉਹਨਾਂ ਦੇ ਬੀਬੀ ਵੀਰੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਲੱਗਦੇ ਸੀ। ਤੇ ਉਹਨਾਂ ਨੇ ਬਹੁਤ, ਉਹਨਾਂ ਦੇ ਪੁੱਤਰਾਂ ਨੇ, ਪਹਿਲੇ ਜ਼ਮਾਨੇ 'ਚ ਬਹੁਤ ਵੱਡੇ ਪਰਿਵਾਰ ਕੁਟੁੰਬ ਹੁੰਦੇ ਸੀ, ਤੇ ਉਹਨਾਂ ਨੇ ਬਹੁਤ ਸੇਵਾ ਕੀਤੀ ਯੁੱਧਾਂ ਵਿੱਚ। ਔਰ ਸ਼੍ਰੀ ਗੁਰੂ ਜੀ ਨੂੰ ਗੁਰਿਆਈ ਗੱਦੀ ਮਿਲੀ 11 ਸਾਲ ਦੀ ਉਮਰ ਵਿੱਚ, 11 ਜੂਨ 1606 ਵਿੱਚ 11 ਸਾਲ ਦੀ ਉਮਰ 'ਚ ਗੁਰਿਆਈ ਗੱਦੀ ਮਿਲੀ, ਜਿਸ ਵੇਲੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ। ਤੇ ਬਾਬਾ ਬੁੱਢਾ ਜੀ ਉਹਨਾਂ ਨੂੰ ਗੁਰਿਆਈ ਦਾ ਤਿਲਕ ਜਿਸ ਵੇਲੇ ਦਿੰਦੇ ਨੇ, ਤੇ ਪਹਿਲੇ ਟਾਈਮ ਸੀ ਕਿ ਸੇਲੀ ਟੋਪੀ ਦਿੱਤੀ ਜਾਂਦੀ ਸੀ, ਤੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਕਿਹਾ ਜਾਂਦਾ ਸੀ ਸੰਗਤ ਨੂੰ ਕਿ ਅੱਜ ਤੋਂ ਬਾਅਦ ਹੁਣ ਇਹ ਹੀ ਗੁਰੂ ਨੇ ਗੱਦੀ ਤੇ ਆਈ ਵਿਰਾਜਮਾਨ ਹੋਣਗੇ। ਤੇ ਜਿਸ ਵੇਲੇ ਉਹ ਸੇਲੀ ਟੋਪੀ ਲੈ ਕੇ ਬਾਬਾ ਬੁੱਢਾ ਜੀ ਆਏ, ਤੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਹੁਣ ਸੇਲੀ ਟੋਪੀ ਦਾ ਟਾਈਮ ਨਿਕਲ ਗਿਆ, ਹੁਣ ਸਾਨੂੰ ਤਲਵਾਰ ਪਹਿਨਾਓ।
ਹੁਣ ਸ਼ਸਤਰ ਚੁੱਕਣ ਦਾ ਟਾਈਮ ਆ ਗਿਆ, ਕਿਉਂਕਿ ਸ਼ਾਂਤੀ ਦਾ ਇੱਕ ਮਤਲਬ ਕੀ ਕਹਿੰਦੇ ਨੇ, ਸ਼ਾਂਤੀ ਦਾ ਇੱਕ ਉਹ ਹੋ ਗਿਆ ਸੀਮਾ। ਮਤਲਬ ਇੰਨੇ ਕਸ਼ਟ ਗੁਰੂ ਅਰਜਨ ਦੇਵ ਜੀ ਨੇ ਸਹਿਨ ਕੀਤੇ ਤੇ ਉਹ ਕਹਿ ਰਹੇ ਬਸ ਹੁਣ ਇਸ ਰਾਖੀ ਲਈ, ਮਾਲਾ ਦੀ ਰਾਖੀ ਲਈ ਹੁਣ ਤਲਵਾਰ ਦੀ ਜ਼ਰੂਰਤ ਹੈ ਤੇ ਜ਼ੁਲਮ ਨਾਲ ਹੁਣ ਟਕਰਾਣਾ ਹੈ ਤੇ ਤੁਸੀਂ ਸਾਨੂੰ ਤਲਵਾਰ ਪਹਿਨਾਓ। ਤੇ ਜਿਸ ਵੇਲੇ ਬਾਬਾ ਬੁੱਢਾ ਜੀ ਉਹਨਾਂ ਨੂੰ ਤਲਵਾਰ ਪਹਿਨਾਈ ਤੇ ਤਲਵਾਰ ਜਿਹੜੀ ਖੱਬੇ ਪਾਸੇ ਪਹਿਨਾਣੀ ਸੀ ਤੇ ਉਹ ਸੱਜੇ ਪਾਸੇ ਪਹਿਨਾਈ ਗਈ ਤੇ ਉਹਨਾਂ ਨੇ ਜਿਸ ਵੇਲੇ ਬਦਲਣਾ ਚਾਹਿਆ ਪਾਸਾ ਤੇ ਉਹਨਾਂ ਨੇ ਕਿਹਾ ਨਹੀਂ ਕੋਟ ਪਹਿਨਾਓ, ਮੀਰੀ ਦੀ ਇੱਕ ਪੀਰੀ ਦੀ। ਤੇ ਦੋ ਤਲਵਾਰਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਉਸ ਵੇਲੇ ਸਿੰਘਾਸਨ ਤੇ ਵਿਰਾਜਮਾਨ ਹੁੰਦੇ ਸਰ ਪਾਈਆਂ। ਕਹਿੰਦੇ ਨੇ ਗੁਰੂ ਹਰਗੋਬਿੰਦ ਸਿੰਘ ਦਾ ਰੂਪ ਬਹੁਤ ਸੋਹਣਾ ਸੀ। ਉਹਨਾਂ ਦਾ ਕੱਦ ਜਿਹੜਾ ਸੀ ਉਹ 7 ਫੁੱਟ 2 ਇੰਚ ਤੋਂ 6 ਇੰਚ ਤੱਕ ਸੀ। ਉਹਨਾਂ ਦਾ ਸਰੀਰ ਦਾ ਵਜ਼ਨ 125 ਕਿਲੋ ਸੀ ਔਰ ਇੰਨੇ ਸੋਹਣੇ ਦਿਸਦੇ ਸੀ, ਬੜੇ ਹੀ ਆਕਰਸ਼ਿਤ, ਜਿਹਨੂੰ ਕਹਿੰਦੇ ਨੇ ਆਪਣੇ ਵੱਲ ਖਿੱਚ ਪਾਉਣ ਵਾਲਾ ਵਿਅਕਤੀਤਵ ਸੀ ਉਹਨਾਂ ਦਾ। ਬਹੁਤ ਸਟਰੋਂਗ ਸੀ, ਲੇਕਿਨ ਇੱਕ ਜਿਹੜਾ ਸੀ ਕਹਿੰਦੇ ਨਾ ਮੋਟਾਪਾ, ਉਸ ਤਰ੍ਹਾਂ ਦਾ ਨਹੀਂ ਸੀ। ਬਹੁਤ ਹੀ ਗਠਿਆ ਹੋਇਆ ਸਰੀਰ ਸੀ, ਸੁਡੋਲ ਸਰੀਰ ਸੀ। ਤੇ ਕਹਿੰਦੇ ਨੇ ਜਿਸ ਵੇਲੇ ਉਹ ਘੋੜੇ ਦੀ ਸਵਾਰੀ ਕਰਦੇ ਸੀ ਤੇ ਘੋੜਾ ਥੱਕ ਜਾਂਦਾ ਸੀ ਤੇ ਥੋੜੀ ਦੇਰ ਬਾਅਦ ਘੋੜਾ ਬਦਲਣਾ ਪੈਂਦਾ ਸੀ। ਤੇ ਗੁਰੂ ਸਾਹਿਬ ਨੇ ਸਿੰਘਾਸਨ ਤੇ ਬੈਠਦੇ ਹੀ ਕਿਹਾ ਕਿ ਹੁਣ ਸਾਨੂੰ ਜੋ ਵੀ ਸੰਗਤ ਦਸਵੰਧ ਭੇਟ ਕਰਦੀ ਏ ਤੇ ਹੁਣ ਸਾਨੂੰ ਜਵਾਨੀ ਚਾਹੀਦੀ ਏ, ਕਿ ਸ਼ਸਤਰ, ਘੋੜੇ, ਇਹ ਚੀਜ਼ਾਂ ਭੇਟ ਕਰੇ ਸੰਗਤ। ਜੋ ਵੀ ਸੰਗਤ ਸਾਡੀ ਖੁਸ਼ੀ ਲੈਣਾ ਚਾਹੁੰਦੀ ਏ ਤੇ ਹੁਣ ਇਹ ਚੀਜ਼ਾਂ ਭੇਟ ਕਰੇ ਤੇ ਆਪਣੀ ਜਵਾਨੀ ਸਾਨੂੰ ਭੇਟ ਕਰੋ, ਕਿਉਂਕਿ ਹੁਣ ਜ਼ੁਲਮ ਨਾਲ ਟਾਕਰਾ ਕਰਨਾ ਹੈ। ਤੇ ਉਸ ਵੇਲੇ ਕਹਿੰਦੇ ਨੇ ਕਿ 509 ਜਿਹੜੇ ਵੋਲੰਟੀਅਰ ਸੀ, ਜਿਨ੍ਹਾਂ ਨੇ ਕਿਹਾ ਕਿ ਸਾਡਾ ਤਨ ਮਨ ਧਨ ਹਾਜ਼ਰ ਹੈ ਹਰ ਸਮੇਂ, ਉਹ ਸਾਹਮਣੇ ਆਏ ਤੇ ਗੁਰੂ ਜੀ ਨੇ ਸੈਨਾ ਦਾ ਗਠਨ ਕੀਤਾ ਤੇ ਉਹਨਾਂ ਨੂੰ ਫਿਰ ਯੁੱਧ ਕੌਸ਼ਲ ਸਿਖਾਏ ਔਰ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਜ਼ਾਲਮਾਂ ਨੂੰ ਪਕੜ ਕੇ ਦੰਡ ਦੇਣਾ ਹੈ। ਸ਼ਾਂਤੀ ਦੀ ਅੱਤ ਹੋ ਗਈ ਔਰ ਹੁਣ ਜ਼ਾਲਮਾਂ ਨੂੰ ਪਕੜ ਕੇ ਦੰਡ ਦੇਣਾ ਹੈ। ਤੇ ਉਹਨਾਂ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਜਿਸ ਤਰ੍ਹਾਂ ਅਸੀਂ ਸਾਰੇ ਹਰਿਮੰਦਰ ਸਾਹਿਬ ਜਾਣਦੇ ਹਾਂ। ਤੇ ਗੁਰੂ ਜੀ ਐਸੇ ਵਾਸਤੂਕਾਰ ਸਨ, ਅੱਜ ਅਸੀਂ ਵਾਸਤੂ ਸ਼ਾਸਤਰ ਪੜ੍ਹਨੇ ਆ, ਗੁਰੂ ਜੀ ਐਸੇ ਵਾਸਤੂਕਾਰ ਸਨ, ਉਹਨਾਂ ਨੇ ਖੁਦ ਅਕਾਲ ਤਖਤ ਦਾ ਨਕਸ਼ਾ ਬਣਾਇਆ ਔਰ ਐਸਾ ਨਕਸ਼ਾ ਬਣਾਇਆ ਕਿ ਹਰਮੰਦਰ ਸਾਹਿਬ ਤੋਂ ਜਿਸ ਵੇਲੇ ਤੁਸੀਂ ਦੇਖੋਗੇ ਤੇ ਤੁਹਾਨੂੰ ਅਕਾਲ ਤਖਤ ਨਜ਼ਰ ਨਹੀਂ ਆਏਗਾ, ਤੇ ਜੇ ਤੁਸੀਂ ਅਕਾਲ ਤਖਤ ਤੋਂ ਦੇਖੋਗੇ ਤੇ ਤੁਹਾਨੂੰ ਹਰਮੰਦਰ ਸਾਹਿਬ ਨਜ਼ਰ ਆਏਗਾ। ਉਹਨਾਂ ਬਹੁਤ ਵੱਡਾ ਸੰਦੇਸ਼ ਦਿੱਤਾ ਕਿ ਜਿਹੜੀ ਰਾਜਨੀਤੀ ਹੈ ਉਹ ਧਰਮ ਦੇ ਅਨੁਸਾਰ ਹੋਣੀ ਚਾਹੀਦੀ ਹੈ। ਧਰਮ ਕਦੀ ਵੀ ਰਾਜਨੀਤੀ ਦੇ ਅਨੁਸਾਰ ਨਹੀਂ ਹੋਣਾ ਚਾਹੀਦਾ। ਧਰਮ ਵਿੱਚ ਰਾਜਨੀਤੀ ਨਾ ਹੋਏ, ਲੇਕਿਨ ਰਾਜਨੀਤੀ ਵਿੱਚ ਧਰਮ ਹੋਏ। ਤੇ ਜਿਸ ਵੇਲੇ ਪਰਮਾਤਮਾ ਦਾ ਚਿੰਤਨ ਕਰਨਾ, ਉਸ ਵੇਲੇ ਕੁਝ ਹੋਰ ਨਾ ਯਾਦ ਆਏ, ਤੇ ਜਿਸ ਵੇਲੇ ਕੁਝ ਹੋਰ ਕੰਮ ਕਰਨਾ ਹੈ ਤੇ ਉਸ ਵੇਲੇ ਪਰਮਾਤਮਾ ਦਾ ਸਹਾਰਾ ਲੈ ਕੇ ਕਰਨਾ ਹੈ। ਤੇ ਕਹਿੰਦੇ ਨੇ ਕਿ ਅਕਾਲ ਤਖਤ, ਉਸ ਵੇਲੇ ਜਹਾਂਗੀਰ ਨੇ ਕਿਹਾ ਕਿ ਕੋਈ ਤਖਤ ਨਹੀਂ ਲਗਾ ਸਕਦਾ, ਕੋਈ ਘੁੜਸਵਾਰੀ ਨਹੀਂ ਕਰ ਸਕਦਾ, ਤੇ ਸ਼੍ਰੀ ਗੁਰੂ ਜੀ ਨੇ ਜਹਾਂਗੀਰ ਤੋਂ ਵੀ ਉੱਚਾ ਤਖਤ ਬਣਵਾਇਆ, ਤਾਂ ਹੀ ਉਹਦਾ ਨਾਮ ਅਕਾਲ ਤਖਤ ਹੈ। 12 ਫੁੱਟ ਉੱਚਾ ਤਖਤ ਬਣਵਾਇਆ। ਤੇ ਇਸ ਤਖਤ, ਅਕਾਲ ਤਖਤ ਦੇ ਨਿਰਮਾਣ ਵਿੱਚ ਬਾਬਾ ਬੁੱਢਾ ਜੀ, ਮੀਰੀ ਪੀਰੀ ਦੇ ਮਾਲਕ ਜਿਹੜੇ ਸੀ, ਉਹਨਾਂ ਨੇ ਆਪ ਆਪਣੀ ਹੱਥੀ ਇਹ ਤਖਤ ਬਣਾਇਆ ਔਰ 1606 ਵਿੱਚ ਬਣਨਾ ਸ਼ੁਰੂ ਹੋਇਆ ਔਰ 1608 ਵਿੱਚ ਪੂਰਾ ਹੋਇਆ। ਅੱਜ ਵੀ ਵਿਗਿਆਨਿਕ ਖੋਜ ਕਰ ਰਹੇ ਨੇ ਕਿ ਅਗਰ ਪਾਣੀ ਦੀ ਜਰਾ ਜੀ ਲੀਕ ਕਰਦਾ ਪਿਆ ਹੋਵੇ ਨਾ ਕਿਧਰੇ, ਤੇ ਪੂਰੇ ਘਰ 'ਚ ਸੈਲਾਬ ਆ ਜਾਂਦਾ ਹੈ, ਲੇਕਿਨ ਹਰੀ ਮੰਦਰ ਪਾਣੀ ਦੇ ਅੰਦਰ ਗੁਰੂ ਸਾਹਿਬ ਨੇ ਬਣਾਇਆ ਔਰ कैसा मसाला लगाया कि किधरे कोई भी ऐसा निशान नहीं है कि पानी अंदर जा रहा है या पानी नाल सीलन आ गई है या पानी नाल कुछ दिक्कत हो रही है। ते आज विज्ञानी खोज करते हैं इस चीज की कि उन्होंने की ऐसा किया है कि ਅੱਜ ਵੀ ਨਹੀਂ ਕਰ ਸਕਦੇ ਸੀ ਉਹ ਚੀਜ਼ ਜਿਹੜੀ ਉਸ ਸਮੇਂ ਗੁਰੂ ਸਾਹਿਬ ਨੇ ਕੀਤੀ ਹੈ। ਤੇ ਇਤਿਹਾਸ ਇਹ ਕਹਿੰਦਾ ਹੈ ਕਿ ਮਸਾਲਾ ਜਿਹੜਾ ਸੀ ਗੁਰੂ ਸਾਹਿਬ ਨੇ ਆਪ ਤਿਆਰ ਕੀਤਾ। ਹੁਣ ਉਸ ਮਸਾਲੇ 'ਚ ਕੀ ਪਾਇਆ ਕਿ ਜਿਹੜਾ ਪਾਣੀ ਦਾ ਅਸਰ ਹੀ ਨਹੀਂ ਹੁੰਦਾ ਬਿਲਡਿੰਗ ਤੇ ਅੱਜ ਵੀ ਉਹਦੀ ਖੋਜ ਚੱਲ ਰਹੀ ਹੈ। ਹਰ ਥੋੜੇ ਟਾਈਮ ਬਾਅਦ ਖੋਜ ਚਲਦੀ ਹੈ ਕਿ ਕਿਧਰੇ ਕੋਈ ਪਾਣੀ ਤੇ ਨਹੀਂ ਅੰਦਰ ਜਾ ਰਿਹਾ ਕਿਸੇ ਜਗ੍ਹਾ ਤੋਂ, ਤੇ ਉਹ ਹੈਰਾਨ ਹੁੰਦੇ ਨੇ ਕਿ ਕਿਸ ਤਰ੍ਹਾਂ ਦਾ ਮਸਾਲਾ ਗੁਰੂ ਸਾਹਿਬ ਨੇ ਲਗਾਇਆ ਇਹਦੇ ਵਿੱਚ। ਤੇ ਜਿਹੜੇ ਇਹਦੇ ਪੱਥਰ ਸੀ, ਬਾਬਾ ਬੁੱਢਾ ਜੀ ਨੇ ਔਰ ਭਾਈ ਗੁਰਦਾਸ ਜੀ ਨੇ ਇੱਟਾਂ ਜੋੜੀਆਂ
ते गुरु साहब ने यह वचन किया कि जब तक धरती रहेगी यह अकाल तखत रहेगा। ते अकाल तखत मतलब जेड़ा काल तो रहे थे ऐसा तखत। और गुरु साहब उत्थे बैठ के सिखां दी सारियां समस्या सुनते सी और सारे फैसले करते सी। और गुरु साहब ने एक होर बहुत कमाल दी चीज की उस टाइम कि हुण जोश भरना है ਸਿੰਘਾਂ ਵਿੱਚ, ਸਿੱਖਾਂ ਵਿੱਚ जोश भरना है। ਤੇ ਜੋ ਅਸੀਂ ਸੁਣਨੇ ਆ ਉਹਦਾ ਸਾਡੇ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਅਸੀਂ ਕੀ ਸੁਣਨੇ ਆ, ਕਿਸ ਤਰ੍ਹਾਂ ਦੇ ਚੀਜ਼ਾਂ ਸੁਣਨੇ ਆ, ਇਸ ਵਾਸਤੇ ਉਹਦਾ ਸਾਡੇ ਤੇ ਬਹੁਤ ਪ੍ਰਭਾਵ ਪੈਂਦਾ। ਤੇ ਉਸ ਵੇਲੇ ਗੁਰੂ ਜੀ ਨੇ 4 ਯੁੱਧ ਵੀ ਕੀਤੇ ਔਰ ਚਾਰੋਂ ਯੁੱਧ ਜਿੱਤੇ। ਤੇ ਉਸ ਵੇਲੇ ਢਾਡੀ ਵਾਰਾਂ ਜਿਹੜੇ ਅੱਜ ਅਸੀਂ ਦੇਖ ਰਹੇ ਆ ਨਾ ਗੁਰਦੁਆਰਿਆਂ ਦੇ ਅੰਦਰ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ, ਇੱਕ ਜੱਥਾ ਹੁੰਦਾ ਢਾਡੀ ਜੱਥਾ ਜਿਹੜਾ ਇਤਿਹਾਸ ਨੂੰ ਸੁਣਾਉਂਦਾ ਏ ਗਾ ਕੇ। ਉਹਦੀ ਸ਼ੁਰੂਆਤ ਗੁਰੂ ਹਰਗੋਬਿੰਦ ਸਾਹਿਬ ਤੋਂ ਹੋਈ ਕਿ जोश आए, वीर रस आए अंदर। ते उस वेले 2 मुसलमान होए ने, नाथ मल अब्दुल्ला मल। ते इन्हां ने गुरु साहब दे दरबार च आके ढाडी वार गाई। ढाडी वार जिस वेले गाई और इन्हां ने गुरु साहब दी बहुत सिफत कीती। इस तरह मैं कथा विच सुनिया ते मैं लिखिया, 2 तलवारी बदियां, एक मीरी दी एक पीरी दी, एक अजमत दी एक राज दी, एक राखी करे वजीरी दी, हिम्मत बहा कोटगढ़ दरवाजा बल्ख बखीरी दा, नल नाल सिपाही नील नल मार दुष्टन करे तागीरी जी, पग तेरी की जहांगीर दी। ते उन्होंने कहा कि तेरा तखत कोई मुकाबला ही नहीं है, तेरे सामने जहांगीर दी पग और तखत की है। ते गुरु साहब इन्ने प्रसन्न होए जिस वेले उन्होंने वारां गाइयां ते उन्होंने सोने दी ढाल मड़वा के दिती ते बहुत इनाम दिते। ते उन्होंने कहा कि तुसी दीवान विच हुण ढाडी वारां गाया करो ताकि जेड़े सूरमे ने उन्हां दे अंदर जोश जाके, वीर रस जाके। ते उत्थों ढाडी वारां दी शुरुआत हुई जेड़ी अज तक असीं सुनने आ ढाडी वारां। हुण गुरु अर्जन देव जी दी शहादत हो गई और गुरु साहब ने ऐलान कर दिता कि हुण जुल्म दा टाकरा करांगे, बस होर नहीं सहना। माला दी राखी लई हुण तलवार चाहिदी है। ते ਇਹ ਖਬਰਾਂ ਜਹਾਂਗੀਰ ਤੱਕ ਵੀ ਪਹੁੰਚੀਆਂ ਔਰ ਗੁਰੂ ਸਾਹਿਬ ਉੱਥੇ ਸਿੱਖਾਂ ਦੇ ਸਾਰੇ ਉਹਨਾਂ ਨੇ ਕਿਹਾ ਕਿਧਰੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ, ਅਦਾਲਤਾਂ ਵਿੱਚ ਆਪਣੇ ਫੈਸਲੇ ਕਰਾਉਣ ਲਈ। ਤੇ ਗੁਰੂ ਸਾਹਿਬ ਦੀਵਾਨ ਲਗਾਉਂਦੇ ਸੀ ਸ਼ਾਮ ਨੂੰ ਤੇ ਉੱਥੇ ਅਕਾਲ ਤਖਤ ਤੇ ਬੈਠ ਕੇ ਸਿੱਖਾਂ ਦੇ ਫੈਸਲੇ ਕਰਦੇ ਸੀ। ਕੋਈ ਉਹਨਾਂ ਦਾ ਝਗੜਾ ਏ, ਕੋਈ ਕਿਸੇ ਤਰ੍ਹਾਂ ਦਾ ਆਪਸ ਵਿੱਚ ਲੜਾਈ ਝਗੜਾ ਏ, ਜਾਂ ਜਿਸ ਤਰ੍ਹਾਂ ਪਹਿਲੇ ਵੀ ਵਿਆਹ ਹੁੰਦੇ ਸੀ ਤੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਅਗਰ ਬੇਟੀਆਂ ਨੇ ਉਹਨਾਂ ਨੂੰ ਅਗਰ ਤੰਗ ਕੀਤਾ ਜਾਂਦਾ ਸੀ, ਹਰ ਤਰ੍ਹਾਂ ਦਾ ਮਸਲਾ ਕੋਈ ਵੀ ਜਾਇਦਾਦ ਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਹੋਏ, ਤੇ ਗੁਰੂ ਸਾਹਿਬ ਸਿੱਖਾਂ ਦੇ ਝਗੜੇ ਜਿਹੜੇ ਨੇ ਉਹਨਾਂ ਦਾ ਨਿਪਟਾਰਾ ਕਰਦੇ ਸੀ ਉੱਥੇ ਬੈਠ ਕੇ। ਤੇ ਇਹ ਖਬਰਾਂ ਜਹਾਂਗੀਰ ਦੇ ਦਰਬਾਰ ਵਿੱਚ ਵੀ ਪਹੁੰਚੀਆਂ। ਤੇ ਜਿਸ ਵੇਲੇ ਪਹੁੰਚੀਆਂ ਤੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤੇ ਸੰਗਤ ਬਹੁਤ ਉਦਾਸ ਹੋ ਗਈ ਕਿ ਅੱਗੇ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਲਾਹੌਰ ਤੇ ਵਾਪਸ ਨਹੀਂ ਆਏ। ਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਕੁਝ ਨਹੀਂ ਹੋਏਗਾ। ਤੇ ਗੁਰੂ ਸਾਹਿਬ ਜਿਸ ਵੇਲੇ ਆਏ, ਇੱਕ ਵਜ਼ੀਰ ਸੀ ਜਹਾਂਗੀਰ ਦਾ ਜਿਹਦਾ ਜਲੋਦਰ ਦਾ ਰੋਗ ਠੀਕ ਕੀਤਾ ਸੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਤੇ ਉਹ ਬਹੁਤ ਗੁਰੂ ਘਰ ਦੀ ਸ਼ਰਧਾ ਰੱਖਦਾ ਸੀ ਤੇ ਉਹ ਬਹੁਤ ਜਹਾਂਗੀਰ ਨੂੰ ਕਹਿੰਦਾ ਸੀ ਕਿ ਆਪ ਪਰਮਾਤਮਾ ਨੇ ਤੇ ਇਹੋ ਜਿਹਾ ਕੋਈ ਕੰਮ ਨਾ ਕਰੀ। ਤੇ ਜਿਸ ਵੇਲੇ ਗੁਰੂ ਸਾਹਿਬ ਆਏ ਤੇ ਮੁਲਾਕਾਤ ਹੋਈ ਤੇ ਹੌਲੀ ਹੌਲੀ ਜਹਾਂਗੀਰ ਜਿਹੜਾ ਉਹ ਪ੍ਰਭਾਵਿਤ ਹੋ ਗਿਆ ਔਰ ਉਹ ਕਹਿਣ ਲੱਗ ਗਿਆ ਕਿ ਦੇਖੋ ਮੈਂ ਕੁਛ ਨਹੀਂ ਕੀਤਾ, ਜੋ ਵੀ ਕੀਤਾ ਥੱਲੇ ਵਾਲਿਆਂ ਨੇ ਕੀਤਾ, ਮੈਂ ਕੁਛ ਨਹੀਂ ਕੀਤਾ ਸ਼ਹਾਦਤ ਵਿੱਚ, ਮੈਨੂੰ ਨਹੀਂ ਪਤਾ ਕਿਸੇ ਵੀ ਚੀਜ਼ ਦਾ। ਇਹ ਜਿਹੜੇ ਥੱਲੇ ਵਾਲੇ ਵਜ਼ੀਰ ਜੱਜ ਸਾਹਿਬ ਨੇ, ਇਹਨਾਂ ਨੇ, ਚੰਦੂ ਨੇ, ਜੋ ਦੀਵਾਨ ਸੀ, ਇਹਨਾਂ ਸਭ ਨੇ ਕੀਤਾ। ਤੇ ਉਹ ਆਪਣੀ ਸਫਾਈ ਦੇਣ ਲੱਗ ਗਿਆ। ਤੇ ਹੁਣ ਜਿਸ ਵੇਲੇ ਦੇਖਿਆ ਉਹਨਾਂ ਨੇ, ਵਜ਼ੀਰਾਂ ਨੇ, ਔਰ ਜਿਹੜੇ ਜਿਨ੍ਹਾਂ ਨੇ ਇਹ ਸਭ ਕੀਤਾ ਸੀ, ਜ਼ੁਲਮ ਕੀਤੇ ਸੀ, ਉਹਨਾਂ ਨੂੰ ਡਰ ਬੈਠ ਗਿਆ ਕਿ ਅਗਰ ਗੁਰੂ ਜੀ ਔਰ ਜਹਾਂਗੀਰ ਇੱਕ ਹੋ ਗਏ ਤੇ ਅਸੀਂ ਤਾਂ ਬਚਣਾ ਹੀ ਨਹੀਂ, ਕਿਉਂਕਿ ਜਹਾਂਗੀਰ ਸਾਨੂੰ ਹਵਾਲੇ ਕਰ ਦੇਗਾ। ਗੁਰੂ ਸਾਹਿਬ ਦਿੱਤੇ ਸੀ ਜੋ ਜ਼ੁਲਮ ਕੀਤੇ ਨੇ ਤੇ ਉਹ ਹੁਣ ਅਸੀਂ ਬਚ ਨਹੀਂ ਸਕਦੇ। ਤੇ ਉਹਨਾਂ ਨੇ ਇੱਕ ਸਕੀਮ ਬਣਾਈ ਔਰ ਜਹਾਂਗੀਰ ਨੂੰ ਡਰਾਇਆ ਔਰ ਕਿਹਾ ਕਿ ਤੇਰੇ ਤੇ ਸਾੜ ਸੱਤੀ ਆਉਣ ਵਾਲੀ ਹੈ। ਕਿਸੇ ਜੋਤਸ਼ੀ ਨੂੰ ਪੈਸੇ ਦਿੱਤੇ, ਉਹਨੇ ਜਹਾਂਗੀਰ ਨੂੰ ਕਿਹਾ ਤੇਰੇ ਤੇ ਸਾੜ ਸੱਤੀ ਆਉਣ ਵਾਲੀ ਹੈ, ਤੇ ਜੇ ਕੋਈ ਸੰਤ ਤੇਰੇ ਨਾਮ ਤੇ ਤੇਰੇ ਲਈ 40 ਦਿਨ ਚਿੱਲਾ ਕੱਟੇ, ਸਾਧਨਾ ਕਰੇ, ਤੇ ਤਾਂ ਤੇਰੀ ਕੱਟ ਸਕਦੀ ਹੈ ਸਾੜ ਸੱਤੀ। ਤੇ ਗੁਰੂ ਜੀ ਤੇਰੇ ਮਿੱਤਰ ਨੇ ਤੇ ਉਹਨਾਂ ਤੋਂ ਵੱਡਾ ਇਸ ਟਾਈਮ ਕੋਈ ਹੈ ਨਹੀਂ ਮਹਾਂਪੁਰਸ਼, ਤੇ ਤੂੰ ਉਹਨਾਂ ਨੂੰ ਕਹਿ ਕੇ ਗਵਾਲੀਅਰ ਦੇ ਕਿਲੇ ਚ ਇਕਾਂਤ ਵਿੱਚ ਜਾ ਕੇ
तेरे लिए ओ 40 दिन साधना करन। ते गुरु साहब ने कहा, जिसले पता चलिया ते गुरु साहब ते जानी जाने ते ओ हुण जेड़ियां रूहां उत्थे फसियां होईयां ने, जेड़े राजे उत्थे जेड़े कहंदे ने कि जेड़ा ग्वालियर दी जेल च जांदा सी ना अंदर ही मरदा सी, बाहर नहीं सी आ सकदा, एनी सख्ती उत्थे हुंदी सी ते ओ पुकार करदे सी ते उन्हां दा उद्धार दा टाइम आ गया ते गुरु साहब चले गए। 40 दिन रहे और इन्हां दी स्कीम ऐ सी सारियां दी कि 40 दिन बाद असीं ऐसा उलझा देंगे जहांगीर नूं कि भुल ही जाएगा कि मैं गुरु साहब नूं कैद कीता ते फिर साडे कब्जे विच होणगे ते फिर असीं निपट लांगे इन्हां नाल, कुछ ना कुछ ऐसा करांगे कि फिर अंदरों बाहर नहीं आ सकणगे। ते गुरु साहब जिस वेले गए और उत्थे कथा कीर्तन दीवान लगन लग गए, जेल विच शुरू हो गया, शांति ही शांति हो गई ते सब बदल गया, माहौल ही पूरा जेल दा बदल गया ते वो राजे और सब बड़े खुश होए कि सानू आत्मा दी खुराक मिली ते बहुत ही मंदी हालत सी जेल विच, खाना पीना ए सब चीज़ां जेड़ियां ने ए बहुत ही गंदियां, मतलब ऐसी ऐसी चीज़ां दित्तियां जांदियां सी कि हौली हौली मर जाने अंदर ही ते मर भी जांदे सी ते गुरु साहब ने कहा कि असीं जेल दा खाना नहीं खावांगे ते ओ जेल दे अंदर भी गुरु साहब नूं बहुत साजिशां कीतियां गईयां कि अंदर ही इन्हां दा मतलब ਇੱਥੇ ਹੀ ਹੋ ਜਾਏ ਖਾਤਮਾ ਤੇ ਜ਼ਹਿਰ ਵਾਲੀ ਪੋਸ਼ਾਕ ਵੀ ਬਣਾ ਕੇ ਭੇਜੀ ਗਈ ਤੇ ਜਿਹੜਾ ਜੇਲਰ ਸੀ ਹਰੀਦਾਸ ਉਹਦਾ ਨਾਮ ਆਂਦਾ ਹੈ, ਉਹ ਗੁਰੂ ਘਰ ਦੀ ਬਹੁਤ ਸ਼ਰਧਾ ਰੱਖਦਾ ਸੀ ਤੇ ਉਹ ਬਹੁਤ ਮਦਦ ਕਰਦਾ ਸੀ ਤੇ ਫਿਰ ਜਿਹੜੇ ਸਿੱਖ ਸੀ ਗੁਰੂ ਸਾਹਿਬ ਦੇ ਉਹਨਾਂ ਦੀ ਡਿਊਟੀ ਲੱਗੀ ਤੇ ਉਹ ਹੱਥੀ ਕਿਰਤ ਕਰਦੇ ਸੀ ਔਰ ਉਹ ਜੋ ਪੈਸੇ ਮਿਲਦੇ ਸੀ ਉਹਦਾ ਲੰਗਰ ਬਣਾ ਕੇ ਗੁਰੂ ਸਾਹਿਬ ਨੂੰ ਦਿੰਦੇ ਸੀ ਤੇ ਉਹ ਗੁਰੂ ਸਾਹਿਬ ਲੰਗਰ ਛਕਦੇ ਸੀ ਤੇ ਅੰਦਰ ਕਥਾ ਕੀਰਤਨ ਸਭ ਚੱਲਦਾ ਸੀ ਤੇ ਗੁਰੂ ਸਾਹਿਬ ਨੇ ਇਹ ਸਿਖਾਇਆ ਕਿ ਲੋਕ ਕਲਿਆਣ ਵਾਸਤੇ, ਕਿਸੇ ਦੀ ਭਲਾਈ ਵਾਸਤੇ ਅਗਰ ਦੁੱਖ ਵੀ ਸਹਿਣਾ ਪਏ ਤੇ ਕੋਈ ਗੱਲ ਨਹੀਂ ਤੇ ਕੈਸੀ ਵੀ परिस्थिति ਹੋਏ, परिस्थिति ਦਾ ਸਾਡੇ ਤੇ ਪ੍ਰਭਾਵ ਨਹੀਂ ਪੈ ਸਕਦਾ ਜੇ ਸਾਡੀ ਮਨੋਸਥਿਤੀ ਅੱਛੀ ਹੈ। ਹੁਣ जेल ਦੇ ਅੰਦਰ ਰਹਿ ਕੇ ਬੰਦਾ ਕੀ ਕਰੇਗਾ, ਰੋਏਗਾ ਹੀ ਕਿ ਮੈਂ ਕਿੱਥੇ ਆ ਗਿਆ, ਮੈਂ ਕਿੱਥੇ ਫਸ ਗਿਆ, ਪਤਾ ਨਹੀਂ ਅੱਗੋਂ ਕੀ ਹੋਏਗਾ। ਲੇਕਿਨ ਉਹਨਾਂ ਨੇ ਕਿਹਾ ਹਰ ਇੱਕ परिस्थिति ਦਾ ਅਸੀਂ ਅੱਛੀ ਤਰ੍ਹਾਂ ਇਸਤੇਮਾਲ ਕਰ ਸਕਨੇ ਆ ਕਿ ਅਸੀਂ ਉੱਤੇ ਉੱਠ ਸਕਨੇ ਆ ਉਸ परिस्थिति ਦਾ ਇਸਤੇਮਾਲ ਕਰਕੇ। ਤੇ ਉੱਥੇ ਅੱਜ ਵੀ ਉਹ ਕਮਰਾ ਹੈ ਗਵਾਲੀਅਰ ਗੁਰਦੁਆਰੇ, ਬੰਦੀ ਛੋੜ ਗੁਰਦੁਆਰਾ ਜਿਹੜਾ ਹੈ ਜਿੱਥੇ ਗੁਰੂ ਸਾਹਿਬ ਨੂੰ ਰੱਖਿਆ ਗਿਆ, ਉਹ ਬਹੁਤ ਹੀ ਸ਼ਾਂਤੀ ਉੱਥੇ। ਉੱਥੇ ਇੱਕ ਐਸਾ ਕੈਦੀ ਸੀ ਜਿਹਨੇ ਬੜੇ ਹੀ ਕਤਲ ਕੀਤੇ ਹੋਏ ਸੀ ਤੇ ਜੋ ਉਹਦੇ ਕੰਨਾਂ 'ਚ ਗੁਰਬਾਣੀ ਦੀ ਆਵਾਜ਼ ਪਈ ਤੇ ਉਹਨੇ ਹਰਿਦਾਸ ਨੂੰ ਕਿਹਾ, ਉਹਨੂੰ ਸੰਗਲਾਂ ਨਾਲ ਬੰਨ ਕੇ ਕਾਲ ਕੋਠਰੀ 'ਚ ਰੱਖਿਆ ਜਾਂਦਾ ਸੀ। ਉਹਨੇ ਕਈ ਸਾਲਾਂ ਤੋਂ ਸੂਰਜ ਦੀਆਂ ਕਿਰਨਾਂ ਹੀ ਨਹੀਂ ਦੇਖੀਆਂ, ਇੰਨਾ ਖੂੰਖਾਰ ਸੀ ਉਹ। ਤੇ ਉਹਨੇ ਇੱਕ ਵਾਰੀ ਕਿਹਾ ਕਿ ਮੈਨੂੰ ਬਹੁਤ ਸ਼ਾਂਤੀ ਆ ਰਹੀ ਹੈ ਤੇ ਮੈਨੂੰ ਇੱਕ ਵਾਰੀ ਤੂੰ ਗੁਰੂ ਜੀ ਦੇ ਦਰਸ਼ਨ ਕਰਾ। ਉਹਨੇ ਕਿਹਾ ਤੂੰ ਤੇ ਖੋਲਿਆ ਤੇ ਤੂੰ ਭੱਜ ਜਾਏਗਾ ਤੇ ਮੈਂ ਕਿੱਥੇ ਜਾਵਾਂਗਾ। ਉਹਨੇ ਕਿਹਾ ਨਹੀਂ, ਮੈਂ ਵਚਨ ਦੇਣਾ ਕਿ ਮੈਂ ਨਹੀਂ ਜਾਵਾਂਗਾ, ਮੈਂ ਇੱਕ ਵਾਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਤੇ ਉਹ ਮੰਨ ਗਿਆ ਔਰ ਜਿਸ ਵੇਲੇ ਗੁਰੂ ਸਾਹਿਬ ਦੇ ਨੇ ਦਰਸ਼ਨ ਕੀਤੇ, ਰੋ ਰੋ ਕੇ ਆਪਣੀਆਂ ਭੁੱਲਾਂ ਬਖਸ਼ਾਈਆਂ ਕਿ ਮੈਂ ਬਹੁਤ ਪਾਪ ਕੀਤੇ ਨੇ ਤੇ ਮੇਰੀ ਭੁੱਲਾਂ ਬਖਸ਼ੋ। ਤੇ ਉਹ ਗੁਰੂ ਸਾਹਿਬ ਨੇ ਫਿਰ ਉਹਨੂੰ ਵੀ ਸਿੱਧਾ ਰਸਤਾ ਦਿਖਾਇਆ ਤੇ ਇਸ ਤਰ੍ਹਾਂ ਮਾਹੌਲ ਐਸਾ ਬਣਿਆ ਕਿ 40 ਦਿਨ ਅੰਦਰ ਦਾ ਮਾਹੌਲ ਜੇਲ੍ਹ ਦਾ ਬਿਲਕੁਲ ਅਲੱਗ ਹੋ ਗਿਆ, ਲੇਕਿਨ ਬਾਹਰ ਜਿਹੜੇ ਵਜ਼ੀਰ ਔਰ ਸਾਰੇ ਮੰਤਰੀ ਸੀ ਇਹਨਾਂ ਨੇ ਜਹਾਂਗੀਰ ਨੂੰ ਭੁਲਾ ਹੀ ਦਿੱਤਾ ਕਿ 40 ਦਿਨ ਹੋ ਗਏ ਨੇ। 40 ਦਿਨ ਤੱਕ ਤੇ ਜਹਾਂਗੀਰ ਬਿਲਕੁਲ ਠੀਕ ਰਿਹਾ, ਲੇਕਿਨ ਹੌਲੀ ਹੌਲੀ ਉਹਨੂੰ ਡਰ ਲੱਗਣ ਲੱਗ ਗਿਆ, ਬਿਮਾਰ ਰਹਿਣ ਲੱਗ ਗਿਆ। ਬਹੁਤ ਇਲਾਜ ਕੀਤੇ ਲੇਕਿਨ ਕੋਈ ਵੀ ਉਹਨੂੰ ਯਾਦ ਨਹੀਂ ਕਰਾ ਰਿਹਾ ਕਿ ਤੂੰ ਜਿਹੜਾ ਗੁਰੂ ਜੀ ਨੂੰ 40 ਦਿਨ ਵਾਸਤੇ ਰੱਖਿਆ ਤੇ 40 ਦਿਨਾਂ ਤੋਂ ਤੇ ਕਈ ਦਿਨ ਉੱਤੇ ਹੋ ਗਏ ਨੇ। ਤੇ ਫਿਰ ਜਿਹੜੀ ਨੂਰਜਹਾਂ ਸੀ ਜਹਾਂਗੀਰ ਦੀ ਬੇਗਮ, ਉਹ ਸਾਈਂ ਮੀਆਂ ਮੀਰ ਜੀ ਨੂੰ ਬਹੁਤ ਮੰਨਦੀ ਸੀ ਤੇ ਕਿੰਨਾ ਟਾਈਮ ਪਾਸ ਹੋ ਗਿਆ, ਬਿਲਕੁਲ ਜਹਾਂਗੀਰ ਮਰਨੇ ਦੇ ਕਿਨਾਰੇ ਪਹੁੰਚ ਗਿਆ ਤੇ ਉਹਨੇ ਸਾਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਤੁਸੀਂ ਦੱਸੋ ਅਸੀਂ ਕੀ ਕਰੀਏ। ਤਾਂ ਸਾਈਂ ਮੀਆਂ ਮੀਰ ਜੀ ਨੇ ਜਿਸ ਵੇਲੇ ਸਾਰੇ ਹਾਲਾਤ ਦੇਖੇ ਤੇ ਉਹਨਾਂ ਨੇ ਫਿਰ ਜਹਾਂਗੀਰ ਨੂੰ ਕਿਹਾ ਕਿ ਤੂੰ ਗੁਰੂ ਸਾਹਿਬ ਨੂੰ ਕੈਦ ਕੀਤਾ ਤੇ ਭੁੱਲ ਹੀ ਗਿਆ ਤੂੰ ਅੰਦਰ ਹੀ, ਤੇ ਜਦ ਤੱਕ ਤੂੰ ਉਹਨਾਂ ਨੂੰ ਛੱਡੇਗਾ ਨਹੀਂ ਤਦ ਤੱਕ ਤੂੰ ਠੀਕ ਨਹੀਂ ਹੋ ਸਕਦਾ। ਫਿਰ ਉਹਨੂੰ ਯਾਦ ਆਇਆ ਤੇ ਉਹਨੇ ਗੁਰੂ ਸਾਹਿਬ ਦਾ ਆਦੇਸ਼ ਜਾਰੀ ਕੀਤਾ ਕਿ ਗਵਾਲੀਅਰ ਦੇ ਕਿਲੇ 'ਚ ਉਹਨਾਂ ਨੂੰ ਬਾਇਜ਼ਤ ਰਿਹਾ ਕੀਤਾ ਜਾਏ। ਤੇ ਜਿਹੜੇ ਰਾਜੇ ਸੀ ਉਹ ਸਾਰੇ ਬੜੇ ਘਬਰਾ ਗਏ ਕਿ ਤੁਸੀਂ ਚਲੇ ਜਾਓਗੇ ਤੇ ਸਾਡਾ ਕੀ ਹੋਏਗਾ, ਫਿਰ ਉਹੀ ਸਭ ਕੁਝ ਹੋਏਗਾ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਨਹੀਂ, ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਤੇ ਗੁਰੂ ਸਾਹਿਬ ਨੇ ਦੇਖੋ ਜਹਾਂਗੀਰ ਨੂੰ ਵਾਪਸੀ ਜਵਾਬ ਦਿੱਤਾ ਕਿ ਅਸੀਂ ਇਕੱਲੇ ਨਹੀਂ ਆਣਾ, ਇਹਨਾਂ ਸਾਰੇ ਰਾਜਿਆਂ ਨੂੰ ਛੱਡੇਗਾ ਤਾਂ ਅਸੀਂ ਬਾਹਰ ਆਵਾਂਗੇ। ਹੁਣ ਜਹਾਂਗੀਰ ਦੇ ਤੇ ਸਿਰ ਤੇ ਪਈ ਹੈ ਨਾ, ਤੇ ਉਹਨੇ ਤੇ ਠੀਕ ਹੋਣਾ। ਤੇ ਹੁਣ ਉਹਨੇ ਫਿਰ ਚਲਾਕੀ ਖੇਡੀ ਉਹਨਾਂ ਸਾਰਿਆਂ ਨੇ ਕਿ
जिन्ने राजे तुहाडा चोला पकड़ के बाहर एक एक कली पकड़ के बाहर आ सकणगे उन्ने ही बाहर आणगे। ते गुरु साहब ने फिर वो हरिदास जिहड़ा सी ओनू कहा ते 52 राजे सी ते 52 कलियां वाला चोला सिलवाया ते एक एक कली पकड़ के सारे बाहर आ गए ते बंदी छोड़ दिवस उथों असीं मनाया ते फिर वो सारे अमृतसर आए। इत्थे कहंदे ने जिहड़ा मैनूं बड़ा कई वारी लगदा सी कि ਇਹ प्रभात फेरियां क्यों कड्डियां ਜਾਂਦੀਆਂ ਨੇ, ਇਹ गुरुद्वारे ਦੇ अंदर ਜਿਹੜੀ चौकी ਹੁੰਦੀ है ਇਹ क्यों कड्डी ਜਾਂਦੀ है, ਇਹ किन्ने शुरू कीती, बड़ा सवाल आंदा सी। लेकिन जिस टाइम मैं ग्वालियर गई एक बारी गुरुद्वारे गई तो उत्थे कथा कर रहे सी, उन्होंने कहा कि जिस वेले गुरु साहब अंदर ग्वालियर दे किले च सी, अंदर ते कोई जा नहीं सकता सी ते संगतां बहुत उदास हो जांदियां सी, गुरु साहब दे दर्शन करन आंदियां सी ते गुरु साहब दे दर्शन हो नहीं सी सकदे। ते फिर बाबा बुड्ढा जी और वड्डे वड्डे जेड़े होर सिख सी वो संगत नूं लैके कीर्तन करदे होए ग्वालियर जांदे सी, पैंडा करदे होए ते ओ किले दे बाहर ही उत्थे कीर्तन करके मत्था टेक के वापस आ जाते सी, क्योंकि अंदर ते जा ही नहीं सी सकते। ते उथों फिर यह प्रभात फेरियां और चौकियां शुरू हुई ते फिर एक बारी संगत बहुत उदास हो गई ते किसी तरीके नाल उन्होंने बाबा बुड्ढा जी ने मुलाकात का टाइम लिया ते जिहड़ा हरदास सी जेलर उन्हें बाबा बुड्ढा जी नूं गुरु हरगोबिंद साहब जी नाल मिलवाया ते बाबा बुड्ढा जी ने सारे हालात बाहर दे दसे, जा नहीं जान सन वैसे ते संगत दी बेनती की संगत बहुत उदास हो गई है और बहुत टाइम हो गया, साल ही साल हो गए ने ते तुसी हुण कुछ किरपा करो संगत ते, संगत बहुत उदास है। ते गुरु साहब ने बाबा बुड्ढा जी नूं कहा कि कोई चिंता दी गल नहीं है, बस थोड़ा जिहा टाइम हो रहे ते असीं तुहानूं वचन दिंदे आ कि तुसी जाके चौकी कड्ढिया करो। हरमंदर साहब जिहड़ी सारे गुरुद्वारे चौकी निकलदी ना राती, चौकी कड्ढिया करो और शबद बाणी पढ़िया करो ते साडा वचन है कि असीं जरूर दर्शन देंगे उस टाइम संगत नूं। ते ओ बाबा बुड्ढा जी दी ओ देख रेख अंदर थल्ले ओ चौकियां शुरू होईयां ते ओ गुरु साहब दा वचन है कि जिहड़ा शरधा नाल प्रेम बाणी नाल शबद पढ़ेगा ਉਹਨੂੰ ਅਸੀਂ ਜ਼ਰੂਰ ਦਰਸ਼ਨ ਦੇਾਂਗੇ ਉਹਦੇ ਵਿੱਚ। फिर गुरु साहब ने जिस वे 52 कलियां वाला चोला पाया और रिहा करा के सारियां नूं अमृतसर पहुंचे ते दिवाली मनाई गई, दीपमाला की गई बहुत ज्यादा ते उथों दीपमाला और आतिशबाजी शुरू हुई हरमंदर साहब के अंदर ते पूरा शहर सजाया गया। हुण दीपमाला बाहर ते असीं कर लई लेकिन अंदर दीप जगना बहुत जरूरी है। जे अंदर दा दीवा नहीं जगिया ते बाहर किन्ने भी असीं दीवे जगाइए ओदा कोई थोड़ी देर ही रोशनी रहेगी लेकिन ओदा कोई नहीं, सानू अंदर आत्मा दा दीवा जगाना है। हुण इत्थे एक सन्यासी जिहड़ा है वो आया गुरु साहब कोल, ओने गुरु साहब दा ठाठ पाठ देखिया, तलवारां सेना सब देखी ते ओने कहा कि गुरु नानक देव जी दे टाइम तो लैके गुरु अर्जन देव जी तक ते इन्नी शांति सी ते तुसी ये जिहड़ा काम कीता ना तुसी गुरु नानक दे असूलां ते नहीं हो, तुसी अपने ही कुछ कर लिया ते ए मैनू नहीं समझ आ रहा, नहीं ठीक। ते गुरु साहब दे पिछे उस टाइम सुथरे शाह हुंदे सी। ये भी एक कथा है कि गुरु साहब जा रहे सी ते एक बच्चा रो रहा सी गंदगी दे ढेर दे कोल ते गुरु साहब ने सिखां नूं कहा कि इस बच्चे नूं चुक लो ते उन्होंने कहा कि बहुत गंदा है ते गुरु साहब ने कहा आपे सुथरा हो जाएगा। तो उथों वो सुथरे शाह दा नाम हो गया, ओनू कोई सुट गया सी उत्थे ते सुथरे शाह दा नाम हो गया। ते गुरु साहब ने फिर एक सिख की ड्यूटी लगाई, उन्होंने उसकी परवरिश की और वो जेड़ी सुथरे शाह होए वो इन्ने मतलब ब्रह्म ज्ञानी होए, अगों उन्हां दी पीढ़ी चली ते ओ हसी हसी विच मतलब संगतां नूं बड़ियां वड्डियां वड्डियां गुरु जी दे संदेश समझा दिंदे हुंदे सी, हसी मखौल विच जिन्ना गहरा ज्ञान सी ना हसी मखौल विच समझा दिंदे सी संगतां नूं। ते ओ कुछ ऐसा करदे सी कि संगत फिर उन्हां दी शिकायत करदी सी गुरु जी कोल जाके, देखो इंज कर रहे ने ते जिस वेले गुरु जी बुला के पुछदे सी ते मतलब ही कुछ होर निकल जांदा सी। ते ओ सुथरे शाह जिहड़ा गुरु जी दे पिछे खड़ा सी, गुरु साहब नूं चौर कर रहा सी ते ओ बार बार ना उहनूं मूंह चिड़ाण लग गया। हुण इह गल कर रहा अगे ते गुरु साहब दे पिछे सुथरे शाह खड़ा है ते मूंह चिड़ा रहा। एक बारी इन्हें गल की ते हुण ओह मूंह चढ़ा रहा ते इहदा ध्यान गल वल ना होके ओहदे वल चला गया। फिर उन्हें सोचे शायद वैसे ही करता होएगा, फिर इन्हें गल शुरू की, फिर उन्हें मूंह चढ़ाया, फिर इन्हें गल शुरू की, फिर उन्हें मूंह चढ़ाया ते बड़ा गुस्सा उन्होंने आ गया ते उन्हें अपना चिमटा पकड़िया ते गुरु साहब कहन लगे की हो गया? कहन लगा ए जिहड़ा तुहाडे पिछे सेवादार खड़ा है मैनूं गल ही नहीं करन दे रहा, मैनूं बार बार मूंह चढ़ा रहा है।
ਤੇ ਗੁਰੂ ਸਾਹਿਬ ਕਹਿਣ ਲੱਗੇ ਤੈਨੂੰ ਤੇ ਮੂੰਹ ਚੜਾ ਰਿਹਾ ਤੇ ਤੈਨੂੰ ਇੰਨਾ ਗੁੱਸਾ ਆ ਗਿਆ ਤੇ ਸਾਡੇ ਤੇ ਪਿਤਾ ਨੂੰ ਇੰਨੇ ਕਸ਼ਟ ਦੇ ਕੇ ਸ਼ਹਾਦਤ ਦਿੱਤੀ ਗਈ ਤੇ ਤੂੰ ਕਹਿ ਰਿਹਾ ਸ਼ਾਂਤੀ ਰੱਖੋ। ਤੈਨੂੰ ਤੇ ਸਿਰਫ ਮੂੰਹ ਹੀ ਚੜਾ ਰਿਹਾ ਤੇ ਤੈਨੂੰ ਇੰਨਾ ਗੁੱਸਾ ਆ ਰਿਹਾ ਤੇ ਸਾਡੇ ਪਿਤਾ ਨੂੰ ਤੇ ਕਿੰਨੇ ਕਸ਼ਟ ਦੇ ਕੇ ਸ਼ਹਾਦਤ ਦਿੱਤੀ ਗਈ ਤੇ ਤੂੰ ਸਾਨੂੰ ਕੀ ਕਹਿ ਰਿਹਾ ਸ਼ਾਂਤੀ ਰੱਖੋ। ਤੇ ਫਿਰ ਉਹਨੂੰ ਸਮਝ ਆ ਗਈ। ਤੇ ਇਸ ਤਰ੍ਹਾਂ ਕਰਕੇ ਜਿਹੜੇ ਸੁਥਰੇ ਸ਼ਾਹ ਹੁੰਦੇ ਸੀ ਉਹਨਾਂ ਦੀਆਂ ਬਹੁਤ ਪਿਆਰੀਆਂ ਪਿਆਰੀਆਂ ਘਟਨਾਵਾਂ ਹੁੰਦੀਆਂ ਨੇ। ਇੱਕ ਘਟਨਾ ਮੈਂ ਹੋਰ ਤੁਹਾਨੂੰ ਦੱਸਾਂ ਕਿ ਉਹ ਸੁਥਰੇ ਸ਼ਾਹ ਜਿਹੜੇ ਕੁਝ ਸਿੱਖ ਸੀ ਉਹਨਾਂ ਨੂੰ ਜਾ ਕੇ ਨਾ ਬੁਰੇ ਭਲੇ ਸ਼ਬਦ ਕੇ ਆਏ ਤੇ ਉਹ ਸਿੱਖ ਜਿਹੜੇ ਸੀ ਉਹਨਾਂ ਨੇ ਚਲੋ ਇੱਕ ਦਿਨ ਬਰਦਾਸ਼ਤ ਕੀਤਾ, ਫਿਰ ਦੂਜੇ ਦਿਨ ਗਏ, ਫਿਰ ਜਾ ਕੇ ਕੁਝ ਉਹਨਾਂ ਨੂੰ ਕਿਹਾ ਆਏ ਤੇ ਫਿਰ ਉਹਨਾਂ ਨੇ ਬਰਦਾਸ਼ਤ ਕੀਤਾ, ਫਿਰ ਮਿਲੇ, ਫਿਰ ਜਾ ਕੇ ਕੁਝ ਨਾ ਕੁਝ ਬੁਰਾ ਭਲਾ ਕਿਹਾ ਆਏ ਉਹਨਾਂ ਨੂੰ ਤੇ ਬੜੇ ਪਰੇਸ਼ਾਨ ਹੋ ਗਏ ਤੇ ਉਹਨਾਂ ਨੇ ਗੁਰੂ ਸਾਹਿਬ ਅੱਗੇ ਸ਼ਿਕਾਇਤ ਕੀਤੀ ਕਿ ਇਹ ਰੋਜ਼ ਹੀ ਸਾਨੂੰ ਗਾਲਾਂ ਕੱਢ ਆਂਦਾ ਹੈ, ਸਾਨੂੰ ਅਜੀਬ ਅਜੀਬ ਗੱਲਾਂ ਕਰਕੇ ਆਂਦਾ ਤੇ ਗਾਲਾਂ ਕੱਢ ਆਂਦਾ ਤੇ ਤੁਸੀਂ ਇਹਨੂੰ ਸਮਝਾਓ, ਇਹ ਸਿੱਖ ਹੋ ਕੇ ਇਹੋ ਜਿਹੇ ਕੰਮ ਕਿਉਂ ਕਰਦਾ ਹੈ। ਤੇ ਗੁਰੂ ਸਾਹਿਬ ਨੇ ਸੁਥਰੇ ਸ਼ਾਹ ਨੂੰ ਬੁਲਾਇਆ, ਬਾਈ ਕੀ ਗੱਲ ਤੇਰੀ ਸ਼ਿਕਾਇਤ ਹੈ? ਉਹਨੇ ਕਿਹਾ ਸ਼ਿਕਾਇਤ ਕਿਸ ਗੱਲ ਦੀ ਸ਼ਿਕਾਇਤ ਹੈ? ਕਹਿ ਰਹੇ ਸਾਨੂੰ ਗਾਲਾਂ ਕੱਢਦਾ, ਬੁਰੇ ਭਲੇ ਸ਼ਬਦ ਕਹਿੰਦਾ। ਕਹਿ ਰਿਹਾ ਮੈਨੂੰ ਤੇ ਨਹੀਂ ਪਤਾ। ਕਹਿ ਰਹੇ ਦੇਖੋ ਗੁਰੂ ਜੀ ਹੁਣ ਝੂਠ ਵੀ ਬੋਲ ਰਿਹਾ, ਨਾਲੇ ਇੰਨੀਆਂ ਗਾਲਾਂ ਕੱਢ ਆਇਆ, ਨਾਲੇ ਹੁਣ ਰੋਜ਼ ਕਈ ਦਿਨਾਂ ਤੋਂ ਕਰ ਰਿਹਾ, ਹੁਣ ਝੂਠ ਬੋਲਿਆ ਕਿ ਮੈਂ ਤੇ ਨਹੀਂ ਕੀਤਾ। ਕਹਿਣ ਲੱਗਾ ਅੱਛਾ ਮੈਂ ਕੀਤਾ ਤੇ ਨਹੀਂ, ਅੱਛਾ ਤੁਸੀਂ ਕਹਿ ਰਹੇ ਹੋ ਮੈਂ ਕੀਤਾ ਤੇ ਮੈਨੂੰ ਯਾਦ ਕਰਾਓ ਮੈਂ ਕੀਤਾ ਕੀ ਹੈ। ਤੇ ਉਹਨਾਂ ਨੇ ਕਿਹਾ ਤੂੰ ਇਹ ਕਿਹਾ, ਤੂੰ ਇਹ ਕਿਹਾ, ਤੂੰ ਸਾਨੂੰ ਇਹ ਵੀ ਕਿਹਾ, ਤੂੰ ਸਾਨੂੰ ਇਹ ਵੀ ਕਿਹਾ, ਇੱਕ ਗੱਲ ਯਾਦ ਕਰਾਈ। ਕਹਿਣ ਲੱਗਾ ਅੱਛਾ ਤੁਹਾਨੂੰ ਸਾਰੀਆਂ ਗੱਲਾਂ ਯਾਦ ਨੇ? ਤੇ ਉਹ ਕਹਿਣ ਲੱਗਾ ਅੱਛਾ ਚਲੋ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਕਿ 2 ਦਿਨ ਪਹਿਲੇ ਗੁਰੂ ਜੀ ਨੇ ਕੀ ਸਮਝਾਇਆ ਸੀ ਸੰਗਤ ਵਿੱਚ ਔਰ ਕਿਹੜਾ ਸ਼ਬਦ ਚੱਲ ਰਿਹਾ ਸੀ। ਤੇ ਉਹ ਇੱਕ ਦੂਜੇ ਦਾ ਮੂੰਹ ਵੇਖਣ ਲੱਗੇ, ਹੁਣ ਕੁਝ ਯਾਦ ਹੋਵੇ ਤੇ ਦੱਸਣਾ। ਤੇ ਗੁਰੂ ਸਾਹਿਬ ਨੂੰ ਸੁਥਰੇ ਸ਼ਾਹ ਕਹਿਣ ਲੱਗੇ ਤੁਹਾਡੇ ਸਿੱਖ ਥੋੜੀ ਨੇ ਤੇ ਮੇਰੇ ਸਿੱਖ ਨੇ, ਮੈਂ ਜੋ ਕਿਹਾ ਇਹਨਾਂ ਨੂੰ ਸਾਰਾ ਕੁਝ ਯਾਦ ਹੈ, ਤੁਸੀਂ ਜੋ ਕਿਹਾ ਇੱਕ ਵੀ ਗੱਲ ਇਹਨਾਂ ਨੂੰ ਯਾਦ ਨਹੀਂ ਤੇ ਮੇਰੇ ਸਿੱਖ ਨੇ। ਤੇ ਫਿਰ ਗੁਰੂ ਜੀ ਨੇ ਇਸ ਤਰ੍ਹਾਂ ਹੱਸ ਕੇ ਉਹਨਾਂ ਨੂੰ ਕਿਹਾ, ਸਮਝਾਇਆ ਕਿ ਇਹ ਸਮਝਾਉਣ ਲਈ ਸੁਥਰੇ ਸ਼ਾਹ ਜੇ ਕੰਮ ਕਰਦਾ ਸੀ ਤੇ ਪਰ ਉਸ ਵੇਲੇ ਸਮਝ ਨਹੀਂ ਸੀ ਆਂਦੀ ਕਿਸੇ ਨੂੰ ਕਿ ਕਿਉਂ ਇੰਜ ਕਰ ਰਿਹਾ ਤੇ ਸ਼ਿਕਾਇਤ ਗੁਰੂ ਜੀ ਕੋਲ ਹੀ ਜਾਂਦੀ ਸੀ ਤੇ ਜਿਸ ਵੇਲੇ ਜਵਾਬ ਦਿੰਦੇ ਸੀ ਤੇ ਫਿਰ ਉਹ ਜਿਹੜੇ ਵੱਡੇ ਵੱਡੇ ਜਿਹੜੇ ਰਾਜ ਜਿਹੜੇ ਸੀ ਉਹ ਖੁੱਲ ਜਾਂਦੇ ਸੀ ਅਧਿਆਤਮ ਦੇ, ਇੰਨੀ ਸੌਖੀ ਤਰ੍ਹਾਂ ਸਮਝਾ ਦਿੰਦੇ ਸੀ। ਤੇ ਹੁਣ ਅਸੀਂ ਚਾਹੁੰਦੇ ਹਾਂ ਸਾਡਾ ਅੰਦਰ ਦਾ ਦੀਵਾ ਜਲੇ, ਅੰਦਰ ਦਾ ਸਾਡਾ ਦੀਪਕ ਜਲੇ। ਹੁਣ ਉਹ ਦੀਪਕ ਜਲੇਗਾ ਕਿਸ ਤਰ੍ਹਾਂ? ਵੈਸੇ ਮੈਂ ਦੀਵਾਲੀ ਦਾ अलग से बनावांगी आज वीडियो और शेयर करांगी मैं शाम तक, क्योंकि दोनों टॉपिक बहुत वड्डे ने। ਇਹਨੂੰ ਵੀ ਮੈਂ ਬਹੁਤ ਇਸ ਤਰੀਕੇ ਨਾਲ ਕੀਤਾ ਕਿ ਚਲੋ ਸਾਨੂੰ ਥੋੜਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ। ਸਾਨੂੰ ਜਰਾ ਜੀ ਕੋਈ ਤਕਲੀਫ ਹੁੰਦੀ ਹੈ ਨਾ ਤੇ ਅਸੀਂ ਹਾਏ ਤੋਬਾ ਕਰਨ ਲੱਗ ਜਾਂਦੇ ਆ ਤੇ ਗੁਰੂ ਅਵਤਾਰ ਆਪ ਕਰਨ ਕਾਰਨ ਹੋ ਕੇ ਉਹਨਾਂ ਨੇ ਮਾਨਵਤਾ ਨੂੰ ਚਿੱਕੜ ਚੋਂ ਕੱਢਣ ਲਈ, ਰਸਤਾ ਦਿਖਾਉਣ ਲਈ ਆਪ ਕਸ਼ਟ ਸਹੇ। ਹੁਣ ਤੁਸੀਂ ਦੇਖੋ ਕਿ ਗੁਰੂ ਸਾਹਿਬ 3.5 ਸਾਲ ਦੇ ਕਰੀਬ ਰਹੇ ਨੇ ਗਵਾਲੀਅਰ ਦੇ ਜੇਲ੍ਹ ਵਿੱਚ ਤੇ ਅਸੀਂ ਕੋਈ ਜਰਾ ਜੀ ਵੀ ਚੀਜ਼ ਹੁੰਦੀ ਨਾ ਤੇ ਉਹਦਾ ਇੰਨਾ ਪਹਾੜ ਬਣਾ ਲੈਂਦੇ ਆ ਕਿ ਹਾਏ ਹੁਣ ਕੀ ਕਰੀਏ, ਹਾਏ ਹੁਣ ਕੀ ਕਰੀਏ। ਤੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਕੋਈ ਵੀ ਪਰਿਸਥਿਤੀ ਹੈ, ਅਗਰ ਤੁਸੀਂ ਸਾਧਨਾ ਕਰਦੇ ਹੋ, ਤੁਹਾਡੀ ਆਤਮਾ ਦੀ ਅਵਸਥਾ ਉੱਚੀ ਹੈ ਤੇ ਪਰਿਸਥਿਤੀ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਏਗਾ। ਤੇ ਜੇ ਅਸੀਂ ਆਪਣੇ ਆਪ ਨੂੰ ਵਧਾਇਆ ਹੀ ਨਹੀਂ ਅੱਗੇ ਸਾਧਨਾ ਦੇ ਰਸਤੇ ਵਿੱਚ ਤੇ ਫਿਰ ਛੋਟੀ ਜੀ ਚੀਜ਼ ਵੀ ਬਹੁਤ ਭਾਰੀ ਲੱਗੇਗੀ, ਫਿਰ ਉਹਦਾ ਵੀ ਹੱਲ ਸਾਨੂੰ ਨਹੀਂ ਮਿਲਦਾ। ਤੇ ਗੁਰੂ ਸਾਹਿਬ ਨੇ ਕਿਹਾ ਕਿ ਸਾਨੂੰ ਹਰ ਪਰਿਸਥਿਤੀ ਨੂੰ ਆਪਣੀ ਆਤਮਾ ਨੂੰ ਉੱਚੇ ਉਠਾਉਣ ਲਈ ਉਸਦਾ ਇਸਤੇਮਾਲ ਕਰਨਾ ਚਾਹੀਦਾ ਹੈ। ਐ ਨਹੀਂ ਕਿ ਪਰਿਸਥਿਤੀ ਸਾਨੂੰ ਥੱਲੇ ਖਿੱਚ ਕੇ ਲੈ ਜਾਏ। ਹਰ ਇੱਕ ਮੌਕੇ ਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ ਆਪਣੀ ਆਤਮਾ ਨੂੰ ਉੱਚਾ ਉਠਾਉਣ ਲਈ। ਔਰ ਪਤਰੀ ਸਰ ਵੀ ਕਈ ਵਾਰ ਕਹਿੰਦੇ ਸੀ ਕਿ ਅਗਰ ਮੰਨ ਲਓ ਜੇਲ੍ਹ ਹੋ ਜਾਂਦੀ ਹੈ ਕਿਸੇ ਨੂੰ, ਧਿਆਨੀ ਉਹਨੂੰ ਜੇਲ੍ਹ ਹੋ ਗਈ ਤੇ ਜਿਸ ਤਰ੍ਹਾਂ ਇੱਕ ਮੈਂ ਕਿਹੜਾ ਨਾਮ ਭੁੱਲ ਰਹੀ ਹਾਂ, ਮੈਂ 25 ਸਾਲ ਉਹਨਾਂ ਨੂੰ ਜੇਲ੍ਹ ਹੋਈ ਤੇ ਉਹਨਾਂ ਨੇ ਜੇਲ੍ਹ ਦੇ ਅੰਦਰ ਰਹਿ ਕੇ ਫਿਰ ਗੀਤਾ ਦਾ ਟੀਕਾ ਕੀਤਾ। ਉਹਨਾਂ ਨੇ ਕਿਹਾ ਤੇ ਬਹੁਤ ਅੱਛਾ ਟਾਈਮ ਮਿਲ ਗਿਆ, ਜਿਹੜਾ ਕੰਮ ਮੈਂ ਬਾਹਰ ਨਹੀਂ ਕਰ ਸਕਦਾ ਅੰਦਰ ਬੈਠ ਕੇ ਕਰ ਸਕਦਾ। ਤੇ ਉਹਨਾਂ ਨੇ ਇੰਨੇ ਕਿਤਾਬਾਂ ਪੜ੍ਹੀਆਂ ਔਰ ਉਹ ਪੂਰਾ ਗੀਤਾ ਦਾ ਟੀਕਾ ਕੀਤਾ। ਤੇ ਇਸ ਕਰਕੇ ਉਹ ਜਿਹੜੇ ਸੰਤ ਲੋਕ ਹੁੰਦੇ ਨੇ ਨਾ, ਉਹ ਉਸ ਸਮੇਂ ਦਾ ਇਸਤੇਮਾਲ ਕਰਦੇ ਨੇ ਸਹੀ ਤਰੀਕੇ ਨਾਲ। ਤੇ ਜਿਹੜਾ ਅਗਿਆਨੀ ਹੁੰਦਾ ਉਹ ਫਿਰ ਰੋਂਦਾ ਰਹਿੰਦਾ ਕਿ ਹੁਣ ਕੀ ਹੋ ਗਿਆ, ਕੀ ਹੋ ਗਿਆ। ਤੇ ਅਗਰ ਅਸੀਂ ਆਪਣੇ ਅੰਦਰ ਦਾ ਦੀਵਾ ਜਗਾਉਣਾ ਚਾਹੁੰਦੇ ਹਾਂ ਤੇ ਸਾਨੂੰ ਹਰ ਉਹ ਕੰਮ ਕਰਨਾ ਜਿਹੜਾ ਸਾਡੇ ਕਿਰਦਾਰ ਨੂੰ ਉੱਚਾ ਉਠਾਏ, ਸਾਡੀ ਆਤਮਾ ਨੂੰ ਉੱਚਾ ਉਠਾਏ, ਥੱਲੇ ਨਾ ਲੈ ਕੇ ਜਾਏ। ਤੇ ਜੇ ਗੁਰੂ ਤੇ ਸ਼ਰਧਾ ਨਹੀਂ ਹੈ ਜਾਂ ਸ਼ਰਧਾ ਹੈ ਤੇ ਨਾਲ ਸ਼ੰਕਾ ਵੀ ਹੈ ਤੇ ਕਦੀ ਵੀ ਦੀਵਾ ਨਹੀਂ ਚੱਲੇਗਾ। ਕਿਉਂਕਿ ਇੱਕ ਪਾਸੇ ਤੇ ਸ਼ਰਧਾ ਕਰ ਰਹੇ ਹਾਂ ਗੁਰੂ ਤੇ ਦੂਜੇ ਪਾਸੇ ਸ਼ੰਕਾ ਵੀ ਕਰ ਰਹੇ ਹਾਂ ਔਰ ਅਸੀਂ ਕਰਨੇ ਆ। ਇੱਕ ਸਾਡਾ ਕੋਈ ਕੰਮ ਨਾ ਹੋਏ ਤੇ ਅਸੀਂ ਸ਼ੰਕਾ ਕਰਨੇ ਆ, ਅਸੀਂ ਕਿਧਰੇ ਹੋਰ ਚੱਲ ਪੈਂਦੇ ਆ। ਅੱਜ ਅਸੀਂ ਧਿਆਨ ਕਰ ਰਹੇ ਹਾਂ, ਹੁਣ ਸਾਨੂੰ ਕੋਈ ਕਹੇ ਕਿ ਇਹ ਵਰਕਸ਼ਾਪ ਚੱਲ ਰਹੀ ਹੈ ਉੱਥੇ ਤੇ ਤੁਹਾਡਾ ਆਕਾਸ਼ਿਕ ਰਿਕਾਰਡ ਬਦਲ ਜਾਏਗਾ, ਅਸੀਂ ਚੱਲ ਪਾਵਾਂਗੇ।
ਇਹ नहीं सोचांगे कि पत्री सर ने दस्या कि नहीं दस्या। सानू पत्री सर किहड़े सिद्धांत दे के गए ने, सिद्धांत मतलब अंत सिद्ध कीती हुई गल किहड़ी सानू दे गए ने, वो भुल जावांगे, असीं फटाफट भज जावांगे। ते अगर शंका है सानू सानू ये लगता है कि शायद वो साडे तो कुछ छुपा गए ने, सानू सही नहीं दस गए, ते असीं किसी दूजा कोई दसेगा, असीं जल्दी अगे वध जावांगे, ते साडा भुलेखा। एक बहुत प्यारी कथा आंदी है कि एक सिख दी बेटी सी, ते पहले जमाने च जिस वेले विआह हुंदे सी ते कोई देखा दिखाई इंज नहीं सी हुंदा जिस तरह अजकल सब हो रहा। ते पुरोहित ही जांदे सी, पंडित ही जांदे सी, विआह पक्का करके आ जांदे सी, देखना दिखाना कुछ हुंदा नहीं सी, और वही सब करके आ जांदे सी। ते उन्हां नूं पता हुंदा सी कि पिंड विच किहड़ी किहड़ी कुड़ी किहड़ा मुंडा घुमदे रहिंदे सी, ते ओह रिश्ते पक्के करके आ जांदे सी। ते ओह सिख दी बेटी दा रिश्ता पंडित पक्का करके आ गया, और उन्हें आके दस्सिया कि असीं तुहाडी बेटी दा रिश्ता उस जगह ते कर आए। सिख ने एक गल पुछी कि जिन्हां नाल तुसी बेटी दा रिश्ता पक्का कर आए हो, की ओह गुरु घर नूं मनदे ने? ओह कहण लगे ते मैं पुछिया ही नहीं, और 4 दिन दे बाद दा मुहूर्त निकलिया ते ओह बरात लैके आ जाणगे। हुण ओह सिख बड़ा मन विच सोचण लग गया कि असली गल ते पुछण वाली यह सी कि गुरु घर नूं मनदे ने कि नहीं, क्योंकि उस वेले गुरु अर्जन देव जी दे टाइम ते सखी सरवर वालियां दा बड़ा जोर सी, जेड़े मड़ी मसाना दी कबरां दी पूजा करदे सी। ते उन्हां ने कहा कि अगर वो मान लो इस तरह का कुछ करते होंगे तो बेटी वास्ते बड़ा औखा हो जाएगा, क्योंकि वो कहणगे कबरां नूं मत्था टेक पूजा करते हैं ते गुरु घर नूं मनदी है। ते वो सोची पै गए कि हुण करिए की। हुण बरात भी आ गई। हुण सब तो पहले उन्होंने यह पता कराया, बरात आई कि भी ये मनदे किनू ने, ते पता चलिया वो सखी सरवर वालियां नूं मनदे ने। ते सिख और उहदी घर वाली बहुत उदास हो गई कि हुण असीं की करिए। ते फिर उन्होंने कहा कि असीं ते हुण इहदा फैसला नहीं कर सकते, असीं अपनी बेटी नूं कहने आ कि जे तू कवें ते विआह करिए, जे तू कहें ते असीं छड्ड देने, असीं विआह नहीं करांगे तेरा, ते तू दस हुण की करना है। ते उन्होंने अपनी बेटी नाल गल जिस वेले कीती ते बेटी कहण लगी कि जिस वेले पिछली बार मैं गुरु साहब दे दर्शन करन गई सी तुहाडे नाल, ते गुरु साहब ने कहा सी कि तेरे सारे कर्म जिहड़े ने ओ गुरु नानक कट्टेगा। ते गुरु साहब ने मैनू यह वर दिता है कि तेरे सारे कर्म गुरु नानक कट्टेगा, ते हुण जो मेरे भागां च लिखिया वो ते हो गया, ते मैं इनू प्रवान करनी आ, ते तुसी मेरा विआह कर दो। मैनू गुरु दे बचना ते पूरा भरोसा है। ते ओ सिख ने विआह करता। हुण विआह ते हो रहा है, लेकिन ओ जिहड़ी बेटी है ओदी तार गुरु साहब दे चरनां नाल जुड़ी हुई है कि हुण तुसी वचन दिता, हुण तुसी ही बचा सकदे हो, तुसी ही रस्ता बना सकदे हो, ते मैनू तुहाडे ते पूरा भरोसा है। इधर गुरु साहब दरबार च बैठे हुए ने, ते गुरु साहब ने सिखां नूं कहा कि पिंड दा नाम लिया, भाई की डरोली करके शायद आंदा, कि चलो उत्थे जाके तैयारी करो, उत्थे दीवान लगेगा। ते संगत सारी हैरान हो गई कि एकदम गुरु साहब ने ऐलान करता कि उत्थे उस पिंड विच दीवान लगेगा, क्योंकि उत्थों ओदी डोली निकलनी सी। ऐ नहीं अज दी तरह कारां च बैठे ते इत्थे बैठे ते उत्थे पहुंच गए अद्धे घंटे, कई कई दिन लग जांदे सी, कहार डोली चुकदे सी, पैंडा पैदल चलदे सी ओ। ते ओ उत्थे गुरु साहब ने कहा दीवान लगाओ। हुण उधरों ओदी डोली जा रही आ रही है उस पासे, उधरों गुरु साहब ने उत्थे दीवान लगवा लिया। ते ओदे कन्नां विच जिस वेले गुरबाणी दी आवाज पई उस बेटी दे, ते ओने कहारा नूं कहा कि तुसीं मेरा सारा सोना ले लो, ते मैं गुरु साहब दे दर्शन करन जाना है, ते मैं दर्शन करके हुणे वापस आ जावांगी। जद तक पिछली बरात आके मिलेगी मैं उन्हां तो पहले ही वापस आ जावांगी। उन्हें अपने गहने उतार के दे दिते, ओ गुरु जी दे दर्शन करन चली गई। गुरु साहब उत्थे विराजमान ने। जिस वेले उन्हें मत्था टेकिया और मत्था चुकिया कि आप जानी जानो, ते तुसीं ही हुण सब कुछ कर सकदे हो। ते गुरु साहब ने उहदे सिर ते हथ रखिया और अपने अंगूठे नाल उहदे मत्थे ते इस तरह कीता जिस तरह कुछ मिटा रहे ने। ते गुरु साहब ने कहा गुरु नानक भली करेगा, सब ठीक हो जाएगा। ते हुण ओ जिहड़ी लड़की सी ओहदा ते पहले ही तार जुड़ी सी गुरु साहब नाल, ओ ते मस्त हो गई। एने विच पिछों बरात आ गई और ओह कहारा कोलों पुछिया कि कित्थे गई है, ते उन्हां ने कह दिता कि ओह ते इत्थे कीर्तन दी आवाज आ रही सी ते चली गई है। ते हुण ओ जिहड़ा ओहदा पति सी ओ भी पिछे पिछे चला गया कि कित्थे गई कित्थे वे। ओ जिस वेले पहुंचिया ते ओने लड़की ने देखिया कि मेरा पति भी आ गया हुण इत्थे, ते ओ डरी नहीं। उन्हें गुरु साहब नूं कहा कि जिंदगी ते मैं इहदे नाल बितानी है, ते जिस तरह मेरे ते तुसीं किरपा कीती है इहदे ते भी किरपा करो, ते असीं दोनों रल के साधना करिए, सेवा करिए, ते सच दे रस्ते ते चलिए।
ਤੇ ਹੁਣ ਉਹ ਆਇਆ ਤੇ ਗੁੱਸੇ ਵਿੱਚ ਸੀ, ਤੇ ਜਿਸ ਵੇਲੇ ਗੁਰੂ ਜੀ ਨੇ ਮਿਹਰ ਦੀ ਨਜ਼ਰ ਭਰ ਕੇ ਦੇਖਿਆ ਤੇ ਉਹਦਾ ਮਨ ਬਦਲ ਗਿਆ। ਉਹਨੇ ਵੀ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਪਰ ਗੁਰੂ ਨਾਨਕ ਭਲੀ ਕਰੇਗਾ, ਸੁਖੀ ਵਸੋ। ਉਹਨਾਂ ਨੂੰ ਵਰ ਦਿੱਤਾ। ਉੱਥੋਂ ਉਹ ਦੋਨੋਂ ਗੁਰੂ ਸਾਹਿਬ ਕੋਲੋਂ ਵਰ ਲੈ ਕੇ ਆ ਗਏ ਤੇ ਉਹਨਾਂ ਦੇ ਗ੍ਰਸਤੀ ਜਿਹੜੀ ਹੈ ਉਹ ਸਿੱਖ ਆਪਣੀ ਮਰਿਆਦਾ ਦੀ ਪਾਲਣਾ ਕਰਦੇ ਹੋਏ ਉਹਨਾਂ ਦਾ ਗ੍ਰਸਤੀ ਜੀਵਨ ਸੁਖੀ ਹੋ ਗਿਆ। ਹੁਣ ਦੇਖੋ ਕਿ ਕਿੰਨਾ ਭਰੋਸਾ ਉਸ ਬੇਟੀ ਨੇ ਗੁਰੂ ਜੀ ਦੇ ਵਚਨਾਂ ਤੇ ਕੀਤਾ ਕਿ ਗੁਰੂ ਜੀ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਤੇਰੇ ਸਾਰੇ ਕਰਮ ਕੱਟੇਗਾ ਤੇ ਮੇਰੇ ਕਰਮ ਕੱਟੇ ਜਾਣਗੇ। ਉਹ ਡਰੀ ਨਹੀਂ, ਘਬਰਾਈ ਨਹੀਂ ਕਿ ਮੇਰਾ ਕੀ ਹੋਏਗਾ। ਤੇ ਇੰਨੇ ਸ਼ਰਧਾ ਹੋਏ ਜਿਹਦੇ ਅੰਦਰ, ਇੰਨੀ ਸ਼ਰਧਾ ਹੋਏ, ਫਿਰ ਗੁਰੂ ਨੂੰ ਉਹਦੇ ਕੰਮ ਸਵਾਰਨੇ ਪੈਂਦੇ ਨੇ, ਫਿਰ ਉਹ ਕਰਨਾ ਹੀ ਪੈਂਦਾ, ਤਾਂ ਅੰਦਰ ਦਾ ਦੀਵਾ ਜਲਦਾ ਹੈ। ਤੇ ਜੇ ਸ਼ੰਕਾ ਹੋਏ ਗੁਰੂ ਤੇ, ਫਿਰ ਕੁਝ ਵੀ ਨਹੀਂ ਸਾਡਾ ਹੋ ਸਕਦਾ। ਫਿਰ ਅਸੀਂ ਪਾਠ ਪੂਜਾ ਧਿਆਨ ਜੋ ਵੀ ਕਰੀਏ, ਲੇਕਿਨ ਅਗਰ ਸਾਨੂੰ ਗੁਰੂ ਤੇ ਹੀ ਸ਼ੰਕਾ ਹੈ, ਫਿਰ ਸਾਡਾ ਕੁਝ ਨਹੀਂ ਹੋ ਸਕਦਾ, ਫਿਰ ਸਾਡਾ ਦੀਵਾ ਨਹੀਂ ਜਲ ਸਕਦਾ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਦਾ ਦੀਵਾ ਜਲ ਜਾਏ, ਤੇ ਸਾਨੂੰ ਗੁਰੂ ਤੇ ਜਿਹਨੂੰ ਵੀ ਅਸੀਂ ਮੰਨਨੇ ਆ, ਜਿਸ ਵੀ ਪਰਮਾਤਮਾ ਨੂੰ ਮੰਨਨੇ ਆ, ਦੇਵੀ ਦੇਵਤਾ ਨੂੰ ਜਿਹਨੂੰ ਵੀ ਅਸੀਂ ਮੰਨਨੇ ਆ, ਗੁਰੂ ਨਾਨਕ ਨੂੰ ਮੰਨਨੇ ਆ, ਸਾਨੂੰ ਗੁਰੂ ਤੇ ਸ਼ੰਕਾ ਨਹੀਂ ਕਰਨਾ। ਅਗਰ ਗੁਰੂ ਕੋਈ ਚੀਜ਼ ਸਾਨੂੰ ਦੇ ਰਿਹਾ ਹੈ ਤੇ ਸਾਡੇ ਫਾਇਦੇ ਲਈ ਦੇ ਰਿਹਾ ਹੈ, ਔਰ ਅਗਰ ਕੋਈ ਸਾਡੀ ਇੱਛਾ ਪੂਰੀ ਨਹੀਂ ਹੋ ਰਹੀ ਤੇ ਸਾਡਾ ਉਹਦੇ ਵਿੱਚ ਹੀ ਫਾਇਦਾ ਹੈ। ਤੇ ਗੁਰੂ ਤੇ ਜਿਹੜਾ ਸ਼ੰਕਾ ਕਰਦਾ ਹੈ, ਫਿਰ ਉਹ ਕਿਸੇ ਪਾਸੇ ਨਹੀਂ ਲੱਗਦਾ। ਤੇ ਅੱਜ ਦੀਵਾਲੀ ਦਾ ਸਮੇਂ ਵਿੱਚ ਔਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਸਾਧਨਾ ਵਧੇ। ਤੇ ਮੇਰੇ ਦਾਦੀ ਜੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਜਿੰਨੇ ਵੀ ਰਿਸ਼ੀ ਮੁਨੀ ਸਾਧੂ ਮਹਾਤਮਾ ਹੁੰਦੇ ਨੇ, ਉਹ ਦੀਵਾਲੀ ਵਾਲੀ ਰਾਤ ਬਹੁਤ ਸਾਧਨਾ ਕਰਦੇ ਨੇ। ਅਮਾਵਸਿਆ ਦੀ ਰਾਤ ਹੁੰਦੀ ਹੈ, ਤੇ ਕਹਿ ਰਹੇ ਨੇ ਪੂਰੇ ਸਾਲ ਦੀ ਕੀਤੀ ਹੋਈ ਸਾਧਨਾ ਇੱਕ ਪਾਸੇ, ਤੇ ਦੀਵਾਲੀ ਵਾਲੀ ਰਾਤ ਦੀ ਕੀਤੀ ਹੋਈ ਸਾਧਨਾ ਇੱਕ ਪਾਸੇ। ਮਤਲਬ ਇੱਕ ਦਿਨ ਕਮਾਉਂਦੇ ਨੇ ਤੇ ਪੂਰਾ ਸਾਲ ਖਾਂਦੇ ਨੇ। ਜਿਹੜੇ ਵੀ ਜਾਦੂ ਯੰਤਰ ਮੰਤਰ ਤੰਤਰ, ਜੋ ਵੀ ਸਹੀ ਕੰਮ ਕਰਨ ਵਾਲੇ, ਗਲਤ ਕੰਮ ਕਰਨ ਵਾਲੇ, ਦੋਨੋਂ ਇਸ ਰਾਤ ਦਾ ਬਹੁਤ ਇਸਤੇਮਾਲ ਕਰਦੇ ਨੇ। ਔਰ ਇਸ ਰਾਤ ਧਿਆਨ ਕਰਨਾ ਥੋੜਾ ਔਖਾ ਹੈ, ਬਹੁਤ ਔਖਾ ਹੈ ਕਹਿਣਾ ਚਾਹੀਦਾ, ਕਿਉਂਕਿ ਠਾਂ ਠਾਂ ਪਟਾਕੇ ਚਾਰੋਂ ਪਾਸੇ, ਧੂਆਂ ਹਨੇਰਾ, ਮਿਲੇ ਆने ਵਾਲੇ ਜਾਣੇ ਵਾਲੇ, ਤੇ ਉਹ ਮਨ ਨੂੰ ਇਸ ਸਮੇਂ ਟਿਕਾਣਾ ਥੋੜਾ ਔਖਾ ਜਿਹਾ ਹੋ ਜਾਂਦਾ। ਤੇ ਉਸ ਵੇਲੇ ਫਿਰ ਪਹਿਲੇ ਜ਼ਮਾਨੇ ਤੇ ਚਲੇ ਜਾਂਦੇ ਸੀ, ਜੰਗਲਾਂ ਵਿੱਚ ਚਲੇ ਗਏ, ਕਿਸੇ ਇਕਾਂਤ ਜਗ੍ਹਾ 'ਚ ਚਲੇ ਗਏ। ਤੇ ਅੱਜ ਕੱਲ ਤੇ ਅਸੀਂ ਪਰਿਵਾਰਾਂ ਵਿੱਚ ਹੀ ਰਹਿਣਾ। ਤੇ ਫਿਰ ਵੀ ਜਿੰਨਾ ਟਾਈਮ ਮਿਲੇ ਤੁਹਾਨੂੰ, ਤੇ ਜ਼ਰੂਰ ਸਾਧਨਾ ਕਰੋ ਅੱਜ ਦੀ ਰਾਤ, ਕਿਉਂਕਿ ਬਹੁਤ ਹੀ ਕਮਾਲ ਦਾ એનર્ਜੀ ਹੁੰਦੀ ਹੈ, ਊਰਜਾ ਹੁੰਦੀ ਹੈ, ਔਰ ਸਾਰੇ ਮਿਲ ਕੇ ਦੀਵਾਲੀ ਮਨਾਉਂਦੇ ਨੇ। ਅਸਲੀ ਦੀਵਾਲੀ ਤਾਂ ਹੀ ਹੈ ਜੇ ਸਾਡੇ ਅੰਦਰ ਦਾ ਦੀਵਾ ਜਲੇ ਤੇ ਅਸੀਂ ਕਿਸੇ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਈਏ। ਅਸੀਂ ਖਾ ਲਿਆ, ਅਸੀਂ ਕੱਪੜੇ ਪਾ ਲਏ, ਅਸੀਂ ਸਭ ਕੁਝ ਕਰ ਲਿਆ, ਆਪਣੇ ਤੇ ਕਰ ਲਿਆ, ਲੇਕਿਨ ਅਸਲੀ ਹੈ ਕਿ ਅਸੀਂ ਕਿਸੇ ਨੂੰ ਖੁਸ਼ੀ ਦਈਏ, ਕਿਸੇ ਦੀ ਦੀਵਾਲੀ ਮਨਾਉਣ ਵਿੱਚ ਮਦਦ ਕਰੀਏ, ਕਿਸੇ ਦੀ ਸਹਾਇਤਾ ਕਰੀਏ, ਕਿਸੇ ਨੂੰ ਮਿਠਾਈ ਦਈਏ, ਕਿਸੇ ਗਰੀਬ ਨੂੰ ਪਟਾਕੇ ਦਈਏ, ਜਿਹੜੇ ਲੈ ਨਹੀਂ ਸਕਦੇ, ਜਿਹੜੇ ਕਰ ਨਹੀਂ ਸਕਦੇ। ਕਿਉਂਕਿ ਵੰਡ ਖਾਣ ਦਾ ਸਿਧਾਂਤ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਔਰ ਵੰਡਣੇ ਦਾ ਮਤਲਬ ਇਹ ਨਹੀਂ ਕਿ ਇੱਕ ਵਾਰੀ ਸਟਾਲ ਲਗਾ ਤੇ 10 ਤੇ ਲੋਕੀ ਥੈਲੇ ਭਰ ਭਰ ਕੇ ਲੈ ਗਏ, ਉਹ ਵੰਡਣਾ ਨਹੀਂ ਹੈ। ਜ਼ਰੂਰਤਮੰਦ ਦੇਖੋ ਕਿ ਕਿਹਦੀ ਜ਼ਿੰਦਗੀ 'ਚ ਮੈਂ ਖੁਸ਼ੀਆਂ ਲੈ ਕੇ ਆ ਸਕਣਾ, ਔਰ ਸਾਨੂੰ ਢੂੰਡਣ ਦੀ ਲੋੜ ਨਹੀਂ ਪੈਂਦੀ। ਸਾਡਾ ਡਰਾਈਵਰ, ਕੰਮ ਵਾਲੀ, ਆਸ-ਪਾਸ ਬਹੁਤ ਐਸੇ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਥੋੜਾ ਜਿਹਾ ਵੀ ਕਰੀਏ ਨਾ ਤੇ ਉਹ ਬਹੁਤ ਖੁਸ਼ ਹੋ ਜਾਂਦੇ ਨੇ। ਤੇ ਦੀਵਾਲੀ ਸਾਰਿਆਂ ਨਾਲ ਮਿਲ ਕੇ ਮਨਾਓ, ਕਿਉਂਕਿ ਜਿਹੜਾ ਦਿੰਦਾ ਹੈ ਫਿਰ ਉਹਨੂੰ ਪਰਮਾਤਮਾ ਕਈ ਗੁਣਾ ਜ਼ਿਆਦਾ ਦਿੰਦਾ ਹੈ। ਕੱਲ ਹੀ ਅਸੀਂ ਕਨਸੈਪਟ ਪਤਰੀ ਸਰ ਦਾ ਲਿਆ ਕਿ ਸੇਵਾ, ਲక్ష్ਮੀ ਮਾਤਾ ਦੀ ਪੂਜਾ ਸਾਰੇ ਕਰਦੇ ਨੇ, ਲੇਕਿਨ ਲక్ష్ਮੀ ਮਾਤਾ ਕਹਿ ਰਹੀ ਹੈ ਜੋ ਉਹ ਨਹੀਂ ਕਰਦੇ ਕਿ ਸੇਵਾ ਕਰੋ, ਮੈਂ ਤੁਹਾਨੂੰ 10 ਗੁਣਾ ਜ਼ਿਆਦਾ ਦੇਵਾਂਗੀ। ਸੇਵਾ ਕਰੋ, ਮਦਦ ਕਰੋ, ਦੇਣਾ ਸਿੱਖੋ। ਤੇ ਅਸੀਂ ਉਹ ਦੇਣਾ ਸਿੱਖੀਏ। ਔਰ ਕੁਦਰਤ ਦੇਖੋ ਐਸੀ ਹੋਈ ਕਿ ਕੱਲ ਪਤਰੀ ਸਰ ਦਾ ਬਰਥਡੇ ਸੀ, ਅੱਜ ਬੰਦੀ ਛੋੜ ਦਿਵਸ ਹੋ ਗਿਆ, ਤੇ ਦੋਨੋਂ ਦੀ ਦਿਨ ਅਸੀਂ ਕਨਸੈਪਟ ਸਮਝੇ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਦੀਵਾਲੀ ਦੀ ਵੀ ਔਰ ਬੰਦੀ ਛੋੜ ਦਿਵਸ ਦੀ ਵੀ। ਤੇ ਬਾਣੀ ਸੁਣੋ, ਬਾਣੀ ਪੜੋ, ਔਰ ਜਦ ਤੱਕ ਅਸੀਂ ਉਹਨੂੰ ਆਪਣੇ ਆਚਰਣ ਵਿੱਚ, ਆਪਣੀ ਜ਼ਿੰਦਗੀ 'ਚ ਨਹੀਂ ਉਤਾਰਾਂਗੇ ਨਾ, ਤੇ ਦੀਵਾ ਜਲਣਾ ਮੁਸ਼ਕਿਲ ਹੈ। ਅਸੀਂ ਗੁਰੂਆਂ ਦੇ ਦਿੱਤੇ ਹੋਏ ਸਿਧਾਂਤ ਤੇ ਚੱਲੀਏ ਵੀ ਨਾ, ਤੇ ਫਿਰ ਉਹੀ ਹੋ ਜਾਏਗੀ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਗੁੱਥਾ ਜਾਏ। ਸਲਾਮ ਵੀ ਕਰ ਲਈ, ਜਵਾਬ ਸਵਾਲ ਵੀ ਕਰ ਲੈ, ਤੇ ਫਿਰ ਜੜ ਤੋਂ ਹੀ ਖਤਮ ਹੋ ਜਾਏਗਾ ਸਭ ਕੁਝ। ਤੇ ਜੇ ਇਸ ਰਸਤੇ ਤੇ ਚੱਲਣਾ ਤੇ ਗੁਰੂ ਤੇ ਸ਼ਰਧਾ ਰੱਖਣੀ ਹੈ, ਤੇ ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ। ਤਾਂ ਹੀ ਅਸੀਂ ਹਰ ਦਿਨ ਅਰਦਾਸ ਵਿੱਚ ਪੜ੍ਹਨੇ ਆ, ਜੋ ਸ਼ਰਧਾ ਕਰ ਸੇਵਦੇ। ਖਾਲੀ ਸੇਵਦੇ ਨਹੀਂ ਹੈ, ਖਾਲੀ ਸੇਵਦੇ ਤੇ ਸਾਰੀ ਦੁਨੀਆ ਹੀ ਕਰ ਰਹੀ ਹੈ। ਜੋ ਸ਼ਰਧਾ ਕਰ ਸੇਵਦੇ,
गुर पार उतारन हार, शंका नहीं है कि पता नहीं उतारेगा कि नहीं, वो उतारन हार है पार, लेकिन ਉਹਨੂੰ ਉਤਾਰੇਗਾ ਜਿਹੜਾ ਉਹਦੇ ਤੇ ਸ਼ਰਧਾ ਰੱਖੇਗਾ। ਤੇ ਇਸ ਲਈ ਅਸੀਂ ਸ਼ੰਕਿਆਂ ਤੋਂ ਬਾਹਰ ਆਈਏ, ਸ਼ਰਧਾ ਰੱਖੀਏ ਕਿ ਜੋ ਸਾਨੂੰ ਸਿਖਾ ਗਏ ਨੇ ਸਰ, ਉਸ ਤੋਂ ਉੱਤੇ ਕੋਈ ਗਿਆਨ ਹੈ ਹੀ ਨਹੀਂ, ਕੁਝ ਵੀ ਨਹੀਂ ਹੈ। ਤੁਸੀਂ ਕਿੰਨਾ ਵੀ ਛਾਨ ਲਓ, ਕਿੰਨੀ ਜਗ੍ਹਾ ਚਲੇ ਜਾਓ, ਜੋ ਸਾਨੂੰ ਸਰ ਦੇਗੇ ਉਸ ਤੋਂ ਉੱਤੇ ਕੁਝ ਹੈ ਹੀ ਨਹੀਂ। ਤੇ ਜੇ ਅਸੀਂ ਥੱਲੇ ਚ ਹੀ ਜਾ ਰਹੇ ਆ ਤੇ ਫਿਰ ਸਾਨੂੰ ਸੋਚਣਾ ਹੈ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੋਏ, ਸਾਡੇ ਅੰਦਰ ਦਾ ਦੀਵਾ ਜਲੇ। ਔਰ ਦੀਵਾ ਜਲਾਉਣ ਦਾ ਇੱਕੋ ਤਰੀਕਾ ਹੈ ਕਿ ਗੁਰੂ ਦੇ ਦਿੱਤੇ ਹੋਏ ਸਿਧਾਂਤ ਨੂੰ ਪਕੜ ਕੇ ਅਸੀਂ ਚੱਲ ਪਈਏ ਤੇ ਸ਼ਰਧਾ ਰੱਖੀਏ, ਤੇ ਸਾਡਾ ਦੀਵਾ ਅੰਦਰ ਦਾ ਜਲੇਗਾ ਤੇ ਹੋਰ ਚਾਨਣ ਆਏਗਾ, ਹੋਰ ਗਿਆਨ ਆਏਗਾ। ਤੇ ਜਿੱਥੇ ਅਸੀਂ ਬੈਠਾਂਗੇ ਸਾਡੇ ਆਸ-ਪਾਸ ਦੇ ਲੋਕ ਜਿਹੜੇ ਨੇ, ਆਪਣੇ ਆਪ ਉਹਨਾਂ ਦੀ ਜ਼ਿੰਦਗੀ 'ਚ ਰੋਸ਼ਨੀ ਆ ਜਾਏਗੀ, ਸਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਸਮੇਂ ਦੇਣ ਲਈ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਕਿਸੇ ਦਾ ਕੋਈ ਸਵਾਲ ਹੈ, ਕੋਈ ਗੱਲ ਕਰਨੀ, ਕਰ ਸਕਦੇ। ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਬਹੁਤ ਹੀ ਸੋਹਣਾ ਤੇ ਬੜੀ ਡਿਟੇਲ ਵਿੱਚ ਤੁਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਜੋ ਬੰਦੀ ਛੋੜ ਦਾ ਸਾਰਾ ਗਿਆਨ ਦਿੱਤਾ, ਬਹੁਤ ਹੀ ਚੰਗਾ ਲੱਗਿਆ। ਬਾਕੀ ਫਸਟ ਵੀ ਇਹੋ ਆਪਣੇ ਦੀਵੇ ਆਪ ਬਣੋ ਤੇ ਲਾਸਟ ਵੀ ਇਹੋ ਵੀ ਆਪਣੇ ਦੀਵੇ ਆਪ ਬਣੋ। ਤਾਂ ਜੋ ਤੁਸੀਂ ਕਿਹਾ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਜਦੋਂ ਦੀ ਤੁਸੀਂ ਗੱਲ ਕਰਨ ਦੇ ਮੇਰੇ ਮਨ 'ਚ ਇਹੋ ਹੀ ਟੂਕ ਘੁੰਮੀ ਜਾਣ ਡਈ ਸੀ ਜੋ ਤੁਸੀਂ ਕਹਿ ਦਿੱਤੀ ਨਾ ਲਾਸਟ ਤੇ ਆਣ ਕੇ, ਵੀ ਗੱਲ ਠੀਕ ਆ। ਪਰ ਉਹੀ ਗੱਲ ਆ ਕਿ ਜਦੋਂ ਕਿਸਮਤ ਵਿੱਚ ਕੁਛ ਹੁੰਦਾ ਉਦੋਂ ਹੀ ਗੱਲ ਬਣਦੀ ਆ, ਉੱਥੇ ਆਣ ਕੇ ਮਨ ਟਿਕਦਾ ਵਾ। ਤੇ ਜਦੋਂ ਦੇ ਇਸ ਲਾਈਨ ਵਿੱਚ ਆਏ ਆ, ਇੱਕ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹੀ ਕਿਸੇ ਗੱਲ ਤੇ ਸ਼ੱਕ ਕੀਤਾ ਜਾਵੇ ਵੀ ਜੋ ਸਾਡੇ ਗੁਰੂ ਪਿਤਾਮਾ ਪਤਰੀ ਜੀ ਨੇ ਸਾਨੂੰ ਦੱਸਿਆ ਵਾ ਵੀ ਇੱਕ ਵੀ ਕੋਈ ਉਹਦੇ ਵਿੱਚ ਸ਼ੱਕ ਵਾਲੀ ਗੱਲ ਹੋਵੇ। ਇਹ ਪੂਰੀ ਤਰ੍ਹਾਂ ਜਿਵੇਂ ਪੂਰਾ ਸਮਰਪਿਤ ਹੀ ਹੋ ਗਏ ਵੀ ਨਹੀਂ, ਜੋ ਇਹਨਾਂ ਨੇ ਕਿਹਾ ਸਭ ਠੀਕ ਕਿਹਾ, ਸਭ ਬਹੁਤ ਮਨ 'ਚ ਵਸ ਗਿਆ। ਤਾਂ ਬਸ ਉਹੀ ਹੈ ਕਿ ਵਸਣਾ ਵੀ ਕਰਮਾਂ ਦੀ ਗੱਲ ਆ, ਕਿਤੇ ਵਸਣਾ ਵਸਦਾ ਕਿਤੇ ਨਹੀਂ ਵਸਦਾ, ਪਰ ਉਹ ਵਸ ਗਿਆ ਸਾਡੇ ਵਿੱਚ ਨਾ ਪੂਰੀ ਤਰ੍ਹਾਂ। ਬਹੁਤ ਥੈਂਕ ਯੂ ਪਤਰੀ ਪਿਤਾਮਾ ਜੀ ਦਾ, ਉਹਨਾਂ ਦਾ ਜਨਮ ਹੋਇਆ, ਸਾਨੂੰ ਸਾਡੀ ਲਾਈਫ ਵਿੱਚ ਵੀ ਉਹ ਆਏ, ਸਾਨੂੰ ਰਸਤਾ ਦਿਖਾਇਆ। ਬਹੁਤ ਬਹੁਤ ਥੈਂਕ ਯੂ ਉਹਨਾਂ ਦਾ, ਬਹੁਤ ਬਹੁਤ ਥੈਂਕ ਯੂ। ਦਿਨ ਰਾਤ ਦੀਵਾਲੀ ਦਾ ਇੱਕ ਵੀਡੀਓ ਬਣਾਵਾਂਗੀ ਕਿਉਂਕਿ ਉਹ ਬਹੁਤ ਵਧੀਆ ਕਨਸੈਪਟ ਹੈ। ਔਰ ਤੁਹਾਨੂੰ ਇੰਨੀ ਹੈਰਾਨੀ ਹੋਏਗੀ ਕਿ ਗੁਰਬਾਣੀ ਵਿੱਚ ਲਿਖਿਆ ਹੋਇਆ, ਅਸੀਂ ਸਾਰੇ ਕਹਿੰਦੇ ਆ ਨਾ ਬੀ ਅ ਲਾਈਟ ਔਨ ਟੂ ਯੋਰਸੈਲਫ, ਇੱਕ ਲਾਈਨ ਅਸੀਂ ਰੱਟ ਲਈ ਕਿ ਦੀਵੇ ਬਣੋ। ਬਣਨਾ ਕਿਸ ਤਰ੍ਹਾਂ ਹੈ, ਉਹ ਗੁਰਬਾਣੀ 'ਚ ਸ਼ਬਦ ਵਿੱਚ ਵਿਧੀ ਦੱਸੀ ਹੈ ਕਿ ਆਪਣਾ ਦੀਵਾ ਜਗਾਣਾ ਕਿਸ ਤਰ੍ਹਾਂ। ਇੰਨੀ ਹੈਰਾਨੀ ਹੋਈ ਮੈਂ ਜਿਸ ਵੇਲੇ ਪੜ੍ਹਿਆ ਔਰ ਸਮਝਿਆ ਕਿ ਇਹ ਦੀਵਾ ਜਗੇਗਾ ਕਿਸ ਤਰ੍ਹਾਂ। ਇਹ ਤੇ ਸਾਰਿਆਂ ਨੂੰ ਪਤਾ ਜਗਾਣਾ, ਪਰ ਜਗੇਗਾ ਕਿਸ ਤਰ੍ਹਾਂ, ਉਹਦੀ ਵਿਧੀ ਕੀ ਹੈ ਜਗਾਉਣ ਦੀ। ਉਹ ਬਹੁਤ ਵਧੀਆ ਕਨਸੈਪਟ ਹੈ, ਸ਼ਬਦ ਹੈ ਗੁਰਬਾਣੀ ਦਾ ਕਿ ਬਿਨ ਤੇਲ ਦੀਵਾ ਕਿਉਂ ਜਲੇ। ਤੇ ਉਹ ਜੋ ਪਤਰੀ ਸਰ ਨੇ ਸਾਨੂੰ ਨਿਚੋੜ ਦੱਸੇ ਨਾ ਧਿਆਨ ਸਵਾਦੇ ਸੱਜਣ ਸੰਗਤ ਤੇ, ਉਹ ਸ਼ਬਦ ਦਾ ਨਿਚੋੜ ਹੋਈ ਹੈ। ਇੰਨੀ ਹੈਰਾਨੀ ਹੁੰਦੀ ਹੈ ਕਿ ਕਿਧਰੇ ਕੁਝ ਭੇਦ ਹੈ ਹੀ ਨਹੀਂ। ਅਸੀਂ ਪਤਾ ਨਹੀਂ, ਅਸੀਂ ਬਾਣੀ ਪੜ੍ਹ ਕੇ ਵੀ ਨਹੀਂ ਸਮਝੇ, ਲੇਕਿਨ ਜੋ ਧਿਆਨ ਸਾਨੂੰ ਪਤਰੀ ਸਰ ਨੇ ਸਿਖਾਇਆ, ਹੁਣ ਉਹ ਚੀਜ਼ਾਂ ਅਸੀਂ ਧਿਆਨ ਕਰਕੇ ਸਮਝ ਰਹੇ ਹਾਂ। ਤੇ ਮੈਨੂੰ ਬਹੁਤ ਅੱਛਾ ਲੱਗਾ, ਮੈਂ ਵੀਡੀਓ ਜ਼ਰੂਰ ਸ਼ੇਅਰ ਕਰਾਂਗੀ ਕਿ ਦੀਵਾ, ਇਹ ਸਾਰੇ ਕਹਿੰਦੇ ਜਲੇ, ਲਾਈਟ ਬੀ ਅ ਲਾਈਟ ਔਨ ਟੂ ਯੋਰਸੈਲਫ, ਆਪਣੇ ਦੀਵਾ ਖੁਦ ਜਗਾਓ, ਪਰ ਜਗਾਣੇ ਦੀ ਵਿਧੀ ਕੀ ਹੈ, ਜਗਾਣਾ ਕਿਸ ਤਰ੍ਹਾਂ ਹੈ, ਉਹ ਗੁਰਬਾਣੀ ਦਾ ਸ਼ਬਦ ਹੈ ਕਿ ਦੀਵਾ ਕਿਸ ਤਰ੍ਹਾਂ ਜਗਾਣਾ ਹੈ। ਬਹੁਤ ਹੀ ਕਮਾਲ ਦਾ। ਤੇ ਮੈਂ ਜ਼ਰੂਰ ਅੱਜ ਉਹ ਵੀਡੀਓ ਬਣਾ ਕੇ ਸ਼ੇਅਰ ਕਰਾਂਗੀ, ਹਿੰਦੀ ਵਿੱਚ ਵੀ ਪੰਜਾਬੀ ਵਿੱਚ ਵੀ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ।